Principles of Microeconomics Part 2, Course Code BECC 132, Unit 5, the topic factor marketing, market and pricing decisions, ਸਾਧਨ ਬਾਜ਼ਾਰ ਅਤੇ ਕੀਮਤ ਸੰਬੰਧੀ ਫੈਸਲੇ ਦੇ ਨਾਲ ਸੰਬੰਧਿਤ ਡਿਸਕਸ਼ਨ ਕਰਾਂਗੇ। ਤਾਂ ਫੈਕਟਰ ਮਾਰਕੀਟ ਕੀ ਹੁੰਦੀ ਹੈ? ਫੈਕਟਰ ਮਾਰਕੀਟ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਵਸਤੂ ਦੀ ਇੱਕ ਬਾਜ਼ਾਰ ਹੁੰਦੀ ਹੈ, ਬਾਜ਼ਾਰ ਦੀਆਂ ਕਈ ਕਿਸਮਾਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਪਰਫੈਕਟ ਕੰਪੀਟੀਸ਼ਨ ਹੈ, ਮੋਨੋਪੋਲੀ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ ਹੈ, ਓਲੀਗੋਪੋਲੀ ਹੈ। ਇਸੇ ਤਰ੍ਹਾਂ ਇੱਕ ਮਾਰਕੀਟ ਹੈ ਜਿੱਥੇ ਸਾਧਨਾਂ ਦੀ ਵੇਚ ਅਤੇ ਖਰੀਦ ਹੁੰਦੀ ਹੈ। ਸਾਧਨ ਵੇਚ ਕਿ ਕਿਹੜੇ ਸਾਧਨ ਵਸਤੂਆਂ ਦਾ ਉਤਪਾਦਨ ਕਰਦੇ ਨੇ, ਉਤਪਾਦਨ ਕਰਨ ਦੇ ਵਿੱਚ ਮਦਦ ਕਰਦੇ ਨੇ। ਤਾਂ ਇਹਨਾਂ ਸਾਧਨਾਂ ਦੀ ਕੀਮਤ ਇਹਨਾਂ ਸਾਧਨਾਂ ਦੀ ਮੰਗ ਅਤੇ ਪੂਰਤੀ ਦੁਆਰਾ ਨਿਸ਼ਚਿਤ ਹੁੰਦੀ ਹੈ ਆਮ ਤੌਰ ਤੇ। ਤਾਂ ਬਾਜ਼ਾਰ ਦੇ ਵਿੱਚ ਜਿਹੜੇ ਸਾਧਨ ਹੁੰਦੇ ਹੈ ਉਹ ਚਾਰ ਤਰ੍ਹਾਂ ਦੇ ਹੁੰਦੇ ਇਕਨੋਮਿਕਸ 'ਚ, ਜਿਹਨੂੰ ਅਸੀਂ ਇੱਕ ਲੈਂਡ ਕਹਿੰਦੇ ਹਾਂ, ਜਿਹਨੂੰ ਪੰਜਾਬੀ 'ਚ ਭੂਮੀ ਕਹਿੰਦੇ ਹਾਂ, ਜ਼ਮੀਨ ਕਹਿੰਦੇ ਹਾਂ। ਇੱਕ ਲੇਬਰ ਹੈ ਜਿਹਨੂੰ ਅਸੀਂ ਮਜ਼ਦੂਰ ਕਹਿੰਦੇ ਹਾਂ। ਕੈਪੀਟਲ ਹੈ ਜਿਹਨੂੰ ਅਸੀਂ ਪੂੰਜੀ ਕਹਿੰਦੇ ਹਾਂ। ਅਤੇ ਚੌਥਾ ਫੈਕਟਰ ਹੈ ਐਂਟਰਪ੍ਰੇਨਿਓਰ, ਜਿਹਨੂੰ ਅਸੀਂ ਉਦਮੀ ਕਹਿੰਦੇ ਹਾਂ। ਤਾਂ ਅਰਥ ਸ਼ਾਸਤਰ ਦੇ ਵਿੱਚ ਜੇ ਅਸੀਂ ਲੈਂਡ ਦੀ ਗੱਲ ਕਰੀਏ, ਭੂਮੀ ਦੀ ਗੱਲ ਕਰੀਏ, ਜ਼ਮੀਨ ਦੀ ਗੱਲ ਕਰੀਏ, ਤਾਂ ਆਮ ਭਾਸ਼ਾ ਦੇ ਵਿੱਚ ਤਾਂ ਜ਼ਮੀਨ ਜਿਹੜੀ ਹੈ ਉੱਪਰਲੀ ਸਤਹ, ਜਿਹੜੀ ਆਪਾਂ ਸੜਕਾਂ ਦੇਖਦੇ ਹਾਂ, ਖੇਤਾਂ ਦੇ ਵਿੱਚ ਜਿਹੜੀ ਜ਼ਮੀਨ ਦੇਖਦੇ ਹਾਂ, ਜਾਂ ਜਿਸ ਜ਼ਮੀਨ 'ਤੇ ਅਸੀਂ ਮਕਾਨ ਬਣਾਉਂਦੇ ਹਾਂ ਉਸ ਨੂੰ ਅਸੀਂ ਭੂਮੀ ਕਹਿ ਦਿੰਦੇ ਹਾਂ, ਜ਼ਮੀਨ ਕਹਿ ਦਿੰਦੇ ਹਾਂ। ਲੇਕਿਨ ਅਰਥ ਸ਼ਾਸਤਰ ਦੇ ਵਿੱਚ ਜਿਹੜੇ ਵੀ ਕੁਦਰਤੀ ਸਾਧਨ ਸਾਨੂੰ ਕੁਦਰਤ ਵੱਲੋਂ ਮੁਫਤ ਮਿਲੇ ਹੋਏ ਹੈ, ਉਹ ਸਾਰੇ ਹੀ ਭੂਮੀ ਦਾ ਹਿੱਸਾ ਨੇ, ਉਹਨੂੰ ਭੂਮੀ ਕਹਿੰਦੇ ਹਾਂ। ਇਸ ਦੇ ਵਿੱਚ ਅਸੀਂ ਸਿਰਫ ਗਰਾਊਂਡ ਜਿਹੜੀ ਉਸਨੂੰ ਸ਼ਾਮਿਲ ਨਹੀਂ ਕਰਦੇ। ਇਹਦੇ ਵਿੱਚ ਜਿੰਨੇ ਵੀ ਜੰਗਲ ਨੇ, ਪਾਣੀ ਨੇ, ਜਿਹੜੇ ਵੀ ਹੋਰ ਕੁਦਰਤੀ ਸਾਧਨ ਨੇ, ਸੋਇਲ ਹੈ, ਮਿਨਰਲਸ ਨੇ, ਖਣਿਜ ਪਦਾਰਥ ਨੇ, ਮਾਈਨਸ ਨੇ, ਖਾਨਾਂ ਨੇ, ਉਹ ਸਾਰਾ ਹੀ ਭੂਮੀ ਦਾ ਇੱਕ ਅੰਗ ਹੈ, ਭੂਮੀ ਦਾ ਹਿੱਸਾ ਨੇ। ਤਾਂ ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ ਭੂਮੀ ਦੇ ਮਾਲਕ ਨੂੰ ਜੋ ਇਵਜ਼ਾਨਾ, ਜੋ ਪ੍ਰਾਈਸ ਦਿੱਤੀ ਜਾਂਦੀ ਹੈ, ਉਸ ਨੂੰ ਰੈਂਟ ਜਾਂ ਲਗਾਨ ਕਹਿੰਦੇ ਹਨ। ਫਿਰ ਦੁਬਾਰਾ ਕਹਿੰਦੇ हैं ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁਦਰਤੀ ਸਾਧਨਾਂ ਦਾ ਪ੍ਰਯੋਗ ਕਰਨ ਦੇ ਬਦਲੇ ਇਹਨਾਂ ਦੇ ਮਾਲਕ ਨੂੰ ਜੋ ਵੀ ਇਵਜ਼ਾਨਾ ਦਿੱਤਾ ਜਾਂਦਾ ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ। ਤਾਂ ਦੂਸਰਾ ਸਾਧਨ ਹੈ ਮਜ਼ਦੂਰ। ਆਮ ਤੌਰ ਤੇ ਇੱਕ ਲੇਮੈਨ ਸ਼ਬਦਾਂ ਦੇ ਵਿੱਚ ਅਸੀਂ ਇੱਕ ਜਿਹੜਾ ਫਿਜ਼ੀਕਲ ਵਰਕ ਕਰਦਾ ਹੈ, ਕੋਈ ਵਿਅਕਤੀ ਭੌਤਿਕ ਕੰਮ ਕਰਦਾ ਹੈ, ਇੱਟਾਂ ਢੋਂਦਾ ਹੈ, ਸੀਮੈਂਟ ਢੋਂਦਾ ਹੈ, ਮਿੱਟੀ ਢੋਂਦਾ ਹੈ, ਜਾਂ ਸੜਕਾਂ ਬਣਾਉਣ ਦੇ ਲਈ ਕੰਮ ਕਰਦਾ ਹੈ, ਜਾਂ ਫੈਕਟਰੀਆਂ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਮਜ਼ਦੂਰ ਕਹਿੰਦੇ ਆ। ਲੇਕਿਨ ਅਰਥ ਸ਼ਾਸਤਰ ਦੇ ਵਿੱਚ ਜਿਹੜੇ ਵਿਅਕਤੀ ਫਿਜ਼ੀਕਲ ਕੰਮ ਕਰਦੇ ਆ, ਭੌਤਿਕ ਕੰਮ ਕਰਦੇ ਆ, ਸਿਰਫ ਉਸ ਨੂੰ ਮਜ਼ਦੂਰ ਨਹੀਂ ਕਹਿੰਦੇ। ਜਿਹੜੇ ਮਾਨਸਿਕ ਤੌਰ ਤੇ ਕੰਮ ਕਰਦੇ ਆ, ਮਾਨਸਿਕ ਰੂਪ ਵਿੱਚ ਕੰਮ ਕਰਦੇ ਆ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਵਕੀਲ ਹੈ, ਚਾਹੇ ਉਹ ਕੋਈ ਟੀਚਰ ਹੈ, ਚਾਹੇ ਉਹ ਕੋਈ ਚਾਰਟਰਡ ਅਕਾਊਂਟੈਂਟ ਹੈ, ਉਹਨਾਂ ਸਾਰਿਆਂ ਨੂੰ ਅਸੀਂ ਕੀ ਕਹਿੰਦੇ ਹਾਂ? ਮਜ਼ਦੂਰ ਕਹਿੰਦੇ ਹਾਂ। ਇਹ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਬਦਲੇ, ਉਹਨਾਂ ਦੇ ਕੰਮ ਦੇ ਬਦਲੇ ਜੋ ਇਵਜ਼ਾਨਾ ਦਿੱਤਾ ਜਾਂਦਾ ਹੈ ਉਸ ਨੂੰ ਅਸੀਂ ਮਜ਼ਦੂਰੀ ਕਹਿੰਦੇ ਹਾਂ, ਵੇਜਿਸ ਕਹਿੰਦੇ ਹਾਂ। ਉਸ ਨੂੰ ਅਸੀਂ ਤਨਖਾਹ, ਸੈਲਰੀ, ਵੇਤਨ ਕੁਛ ਵੀ ਕਹਿ ਸਕਦੇ ਹਾਂ, ਲੇਕਿਨ ਆਮ ਤੌਰ ਤੇ ਅਸੀਂ ਉਸ ਨੂੰ ਵੇਜਿਸ ਕਹਿੰਦੇ ਹਾਂ। ਵੇਜਿਸ ਦਾ ਮਤਲਬ ਹੈ ਮਜ਼ਦੂਰੀ। ਤਾਂ ਲੇਬਰ ਇੱਕ ਫਲੋ ਕਨਸੈਪਟ ਹੈ, ਇੱਕ ਪ੍ਰਵਾਹ ਦੀ ਧਾਰਨਾ ਹੈ, ਜਦੋਂ ਕਿ ਜ਼ਮੀਨ ਜਿਹੜੀ ਹੈ ਸਥਿਰ ਹੈ, ਇੱਕ ਸਟਾਕ ਹੈ। ਇਸੇ ਤਰ੍ਹਾਂ ਕੈਪੀਟਲ ਜਿਹੜੀ ਪੂੰਜੀ ਹੈ, ਪੂੰਜੀ ਦੀ ਕੀ ਅਰਥ ਹੁੰਦਾ ਹੈ? ਮਨੁੱਖ ਦੁਆਰਾ ਬਣਾਈ ਗਈ ਕੋਈ ਵਸਤੂ ਜਿਹੜੀ ਕਿ ਉਤਪਾਦਨ ਜਾਂ ਆਮਦਨ ਨੂੰ ਜਨਰੇਟ ਕਰਨ ਦੇ ਵਿੱਚ, ਪੈਦਾ ਕਰਨ ਦੇ ਵਿੱਚ ਮਦਦ ਕਰਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪੂੰਜੀ। ਇਸ ਪੂੰਜੀ ਦੇ ਵਿੱਚ ਮਸ਼ੀਨਰੀ, ਬਿਲਡਿੰਗ, ਜਿਹੜੀਆਂ ਵੀ ਆਵਾਜਾਈ ਦੀਆਂ ਸੇਵਾਵਾਂ ਨੇ, ਇਹਨਾਂ ਸਾਰਿਆਂ ਨੂੰ ਅਸੀਂ ਸ਼ਾਮਿਲ ਕਰਦੇ ਹਾਂ।
ਪੂੰਜੀ ਵੀ ਇੱਕ ਫਲੋ ਕਨਸੈਪਟ ਹੈ। ਪੂੰਜੀ ਨੂੰ ਵੀ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਸਕਦੇ ਹਾਂ। ਚੌਥਾ ਫੈਕਟਰ ਹੈ ਐਂਟਰਪ੍ਰੇਨਿਓਰਸ਼ਿਪ। ਐਂਟਰਪ੍ਰੇਨਿਓਰ ਦਾ ਮਤਲਬ ਹੈ, ਇਹਨੂੰ ਅਸੀਂ ਉਤਪਾਦਨ ਦੇ ਸਾਧਨਾਂ ਦਾ ਸਵਾਮੀ ਜਾਂ ਮਾਲਕ ਵੀ ਕਹਿ ਦਿੰਦੇ ਹਾਂ। ਇਹ ਜਿਹੜਾ ਉਦਮੀ ਹੈ, ਭੂਮੀ ਨੂੰ, ਮਜ਼ਦੂਰਾਂ ਨੂੰ ਅਤੇ ਪੂੰਜੀ ਨੂੰ ਇਕੱਠਾ ਕਰਕੇ, ਆਰਗੇਨਾਈਜ਼ ਕਰਕੇ, ਇਹਨਾਂ ਦਾ ਸੰਗਠਿਤ ਕਰਕੇ ਉਤਪਾਦਨ ਕਰਦਾ ਹੈ ਅਤੇ ਰਿਸਕ ਲੈਂਦਾ ਹੈ, ਜੋਖਿਮ ਲੈਂਦਾ ਹੈ। ਆਪਣੀ ਸਕਿੱਲ ਦੇ ਮੁਤਾਬਕ, ਆਪਣੀ ਐਫੀਸ਼ੀਐਂਸੀ ਦੇ ਮੁਤਾਬਕ ਉਤਪਾਦਨ ਕਰਦਾ ਹੈ ਅਤੇ ਇਸ ਦੇ ਕੰਮ ਦੇ ਬਦਲੇ, ਉਦਮੀ ਦੇ ਕੰਮ ਦੇ ਬਦਲੇ ਜੋ ਵੀ ਉਸਨੂੰ ਇਰਜ਼ਾਨਾ ਮਿਲਦਾ ਹੈ, ਉਸਨੂੰ ਅਸੀਂ ਕਹਿੰਦੇ ਹਾਂ ਲਾਭ ਕਰਨਾ। ਤਾਂ ਇਹ ਵੀ ਇੱਕ ਫਲੋ ਕਨਸੈਪਟ ਹੈ। ਤਾਂ ਇਹ ਸੀਗੇ ਉਤਪਾਦਨ ਦੇ 4 ਸਾਧਨ। ਤਾਂ ਇਹ ਜਿਹੜੇ ਉਤਪਾਦਨ ਦੇ ਸਾਧਨ ਨੇ, ਇਹਨਾਂ ਦੀ ਜਿਹੜੀ ਓਨਰਸ਼ਿਪ ਹੈ, ਆਮ ਤੌਰ ਤੇ ਇਹ ਹਾਊਸ ਹੋਲਡਸ ਕੋਲ ਹੁੰਦੀ ਹੈ। ਘਰੇਲੂ ਸਾਧਨ ਦਾ ਜਿਹੜਾ ਟੇਬਲ ਹੈ, ਇਹ ਸਾਨੂੰ ਸਰਕਲ ਫਲੋ, 2 ਸੈਕਟਰ ਇਕੋਨਮੀ, ਦੋ ਖੇਤਰੀ ਇਕੋਨਮੀ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਪ੍ਰਵਾਹ ਹੋਣਾ ਹੈ। ਕਿ ਜਿਹੜੇ ਘਰੇਲੂ ਖੇਤਰ ਹੈ, ਇਹਨਾਂ ਕੋਲ ਇਹ ਉਤਪਾਦਨ ਦੇ ਸਾਧਨਾਂ ਦੇ ਮਾਲਕ ਹੁੰਦੇ। ਇਹ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਫਰਮਾਂ ਨੂੰ ਜਾਂ ਪ੍ਰੋਡਿਊਸਰਸ ਨੂੰ ਦਿੰਦੇ। ਹਾਊਸ ਹੋਲਡ ਜਿਹੜੀ ਹੈ ਸਪਲਾਈ ਕਰਦਾ, ਉੱਪਰ ਲਿਖਿਆ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰਸ਼ਿਪ ਸਕਿੱਲ। ਤਾਂ ਇਹ ਜਿਹੜੇ ਘਰੇਲੂ ਖੇਤਰ ਨੇ, ਬਿਜ਼ਨਸ ਫਰਮ ਨੂੰ, ਬਿਜ਼ਨਸ ਸੈਕਟਰ ਨੂੰ ਜਾਂ ਫਰਮਸ ਨੂੰ ਲੈਂਡ ਦੀ ਸਪਲਾਈ ਕਰਦਾ, ਲੈਂਡ ਦੀ ਪੂਰਤੀ ਕਰਦਾ ਹੈ, ਮਜ਼ਦੂਰਾਂ ਦੀ ਪੂਰਤੀ ਕਰਦਾ ਹੈ, ਪੂੰਜੀ ਉਪਲਬਧ ਕਰਵਾਉਂਦਾ ਹੈ ਅਤੇ ਉਦਮੀ ਆਪਣੀ ਜਿਹੜੀ ਨਿਪੁੰਨਤਾ ਜਿਹੜੀ ਹੈ ਇਸ ਨੂੰ ਕਰਦਾ ਹੈ, ਉਤਪਾਦਨ ਕਰਨ ਦੇ ਵਿੱਚ ਕਰਦਾ ਹੈ। ਤਾਂ ਇਸ ਬਿਜ਼ਨਸ ਸੈਕਟਰ ਦੇ ਵਿੱਚ, ਫਰਮਾਂ ਦੇ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ। ਇਹ ਵਸਤੂਆਂ ਅਤੇ ਸੇਵਾਵਾਂ ਨੂੰ ਕੌਣ ਖਰੀਦਦਾ ਹੈ? ਘਰੇਲੂ ਖੇਤਰ। ਤਾਂ ਘਰੇਲੂ ਖੇਤਰ ਇਹਨਾਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਦਾ ਹੈ। ਤਾਂ ਇਸ ਤਰ੍ਹਾਂ ਇਹ 2 ਸੈਕਟਰ ਇਕੋਨਮੀ ਦੇ ਵਿੱਚ ਇਹ ਜਿਹੜਾ ਸਰਕਲ ਫਲੋ ਹੈ ਉਹ ਕੀ ਹੈ, ਚੱਲਦਾ ਹੈ। ਤਾਂ ਜਿਸ ਤਰ੍ਹਾਂ ਅਸੀਂ ਵਸਤੂ ਬਾਜ਼ਾਰ 'ਚ ਗੱਲ ਕਰਦੇ ਸੀਗੇ ਕਿ ਵਸਤੂ ਬਾਜ਼ਾਰ ਦੇ ਵਿੱਚ ਵਸਤੂਆਂ ਦੀ ਜਿਹੜੀ ਮੰਗ ਹੈ ਉਹ ਸਿੱਧੀ ਹੁੰਦੀ ਹੈ। ਮਤਲਬ ਕਿ ਜੇ ਅਸੀਂ ਕਿਸੇ ਚੀਜ਼ ਦੀ, ਪਾਣੀ ਦੀ ਪਿਆਸ ਲੱਗੀ ਹੈ, ਤਾਂ ਸਾਨੂੰ ਕਿਸੇ ਚੀਜ਼ ਪਿਆਸ ਲੱਗੀ ਹੈ ਤਾਂ ਅਸੀਂ ਪਾਣੀ ਪੀ ਲੈਂਦੇ ਹਾਂ, ਭੁੱਖ ਲੱਗੀ ਹੈ ਅਸੀਂ ਰੋਟੀ ਖਾ ਲੈਂਦੇ ਹਾਂ। ਲੇਕਿਨ ਸਾਧਨਾਂ ਦੀ ਜਿਹੜੀ ਮੰਗ ਹੈ ਉਹ ਵਿਉਂਤਪਨ ਮੰਗ ਹੁੰਦੀ ਹੈ, ਡਰਾਈਵ ਡਿਮਾਂਡ ਹੁੰਦੀ ਹੈ। ਮਤਲਬ ਮਜ਼ਦੂਰਾਂ ਦੀ ਮੰਗ ਮਜ਼ਦੂਰਾਂ ਦੇ ਲਈ ਨਹੀਂ ਕੀਤੀ ਜਾਂਦੀ। ਜਿਨ੍ਹਾਂ ਵਸਤੂਆਂ ਨੂੰ ਉਹ ਉਤਪਾਦਨ ਕਰਦੇ ਨੇ, ਜਿਨ੍ਹਾਂ ਵਸਤੂਆਂ ਦਾ ਉਹ ਉਤਪਾਦਨ ਕਰਦੇ ਨੇ, ਜੇ ਉਹਨਾਂ ਦੀ ਮੰਗ ਜ਼ਿਆਦਾ ਹੋਏਗੀ ਤਾਂ ਮਜ਼ਦੂਰਾਂ ਦੀ ਮੰਗ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਇਸੇ ਤਰ੍ਹਾਂ ਭੂਮੀ ਦੀ ਅਸੀਂ ਗੱਲ ਕਰੀਏ, ਇੱਕ ਭੂਮੀ ਤੇ ਅਸੀਂ ਕਣਕ ਉਗਾਉਂਦੇ ਹਾਂ। ਜੇ ਕਣਕ ਦੀ ਮੰਗ ਜ਼ਿਆਦਾ ਹੋਏਗੀ ਤਾਂ ਭੂਮੀ ਦੀ ਮੰਗ ਵੀ ਜ਼ਿਆਦਾ ਹੋਏਗੀ। ਜੇ ਕਣਕ ਦੀ ਮੰਗ ਘੱਟ ਹੋਏਗੀ ਤਾਂ ਭੂਮੀ ਦੀ ਮੰਗ ਘੱਟ ਹੋਏਗੀ। ਤਾਂ ਭੂਮੀ ਦੀ ਮੰਗ ਐਵੇਂ ਕਹਿ ਸਕਦੇ ਹਾਂ ਆਪਾਂ, ਭੂਮੀ ਦੀ ਮੰਗ ਕਣਕ ਦੀ ਮੰਗ ਤੇ ਨਿਰਭਰ ਕਰਦੀ ਹੈ, ਗੇਹੂੰ ਦੀ ਮੰਗ ਤੇ, ਵੀਟ ਦੀ ਮੰਗ ਤੇ ਨਿਰਭਰ ਕਰਦੀ ਹੈ। ਜੇ ਵੀਟ ਦੀ ਮੰਗ, ਗੇਹੂੰ ਦੀ ਮੰਗ ਜਿਹੜੀ ਹੈ ਘੱਟ ਹੋਏਗੀ ਤਾਂ ਭੂਮੀ ਦੀ ਜਿਹੜੀ ਮੰਗ ਹੈ ਉਹ ਵੀ ਕੀ ਹੋਏਗੀ, ਘੱਟ ਹੋਏਗੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਧਨਾਂ ਦੀ ਜਿਹੜੀ ਮੰਗ ਹੈ ਇਹ ਇੱਕ ਡਿਰਾਈਵਡ ਡਿਮਾਂਡ ਹੈ, ਮਤਲਬ ਸਿੱਧੇ ਤੌਰ ਤੇ ਨਹੀਂ ਹੁੰਦੀ। ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ ਦੇ ਲਈ ਇਹਨਾਂ ਦੀ ਮੰਗ ਹੁੰਦੀ। ਇਸ ਡਾਇਗਰਾਮ ਦੇ ਰਾਹੀਂ ਵੀ ਇਹ 5.2 ਦੇ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਕੁਆਂਟੀਟੀ ਆਫ ਕਾਟਨ ਦੀ ਗੱਲ ਕਰ ਰਹੇ ਹਾਂ, ਪ੍ਰਾਈਸ ਆਫ ਕਾਟਨ ਦੀ ਗੱਲ ਕਰ ਰਹੇ ਹਾਂ। ਜੇ ਪ੍ਰਾਈਸ ਆਫ ਕਾਟਨ ਦੀ ਕੀਮਤ ਜਿਹੜੀ ਘੱਟ ਜਾਏਗੀ ਤਾਂ ਕਾਟਨ ਦੀ ਮੰਗ ਕੀ ਹੈ, ਜ਼ਿਆਦਾ ਹੋਏਗੀ। ਲੇਕਿਨ ਕਾਟਨ ਦੀ ਮੰਗ ਅਸੀਂ ਜਿਹੜੀ ਕਰ ਰਹੇ ਹਾਂ ਉਹ ਕਦ ਲਈ ਕਰ ਰਹੇ ਹਾਂ? ਕਿਉਂਕਿ ਕਾਟਨ ਦੀ ਮੰਗ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਕਾਟਨ ਤੋਂ ਅਸੀਂ ਕਪਾਹ ਤੋਂ ਅਸੀਂ ਕੱਪੜਾ ਬਣਾਉਣਾ ਹੈ। ਜੇ ਕੱਪੜੇ ਦੀ ਮੰਗ ਜ਼ਿਆਦਾ ਹੋਏਗੀ ਤਾਂ ਕਪਾਹ ਦਾ ਉਤਪਾਦਨ ਵੀ ਜ਼ਿਆਦਾ ਹੋਏਗਾ ਜਾਂ ਕਪਾਹ ਦੀ ਮੰਗ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਤਾਂ ਕਾਟਨ ਦੀ ਮੰਗ ਜਿਹੜੀ ਹੈ ਕਾਟਨ ਦੇ ਲਈ ਨਹੀਂ ਕੀਤੀ ਜਾ ਰਹੀ ਹੈ, ਕਪਾਹ ਦੀ ਮੰਗ ਕਪਾਹ ਦੇ ਲਈ ਨਹੀਂ ਕੀਤੀ ਜਾ ਰਹੀ। ਸਿਰਫ ਕਪਾਹ ਦੀ ਮੰਗ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਕਪਾਹ ਤੋਂ ਕੱਪੜਾ ਬਣਾਉਣਾ ਹੈ ਅਤੇ ਕੱਪੜੇ ਦੀ ਮੰਗ ਕੀ ਹੈ, ਜ਼ਿਆਦਾ।
ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਡਿਮਾਂਡ ਹੈ, ਸਾਲਾਂ ਦੀ ਜਿਹੜੀ ਮੰਗ ਹੈ, ਇਹ ਇੱਕ ਡਰਾਈਵਡ ਡਿਮਾਂਡ ਹੁੰਦੀ ਹੈ। ਹੁਣ ਅਸੀਂ ਜਿਹੜੀ ਡਿਮਾਂਡ ਹੈ, ਇਹ ਇੰਟਰਡਿਪੈਂਡੈਂਟ ਡਿਮਾਂਡ ਹੁੰਦੀ ਹੈ। ਇੱਕ ਇਹ ਜਿਹੜੀ ਡਿਮਾਂਡ ਹੈ ਇੱਕ ਦੂਜੇ ਤੇ ਨਿਰਭਰ ਕਰਦੀ ਹੈ। ਕੱਲੀ ਲੈਂਡ ਆਪਣੇ ਆਪ 'ਚ ਕੁਛ ਨਹੀਂ ਕਰ ਸਕਦੀ। ਲੈਂਡ ਦੇ ਉੱਤੇ ਜੇ ਲੇਬਰ ਲਗਾਵਾਂਗੇ ਤਾਂ ਹੀ ਉਤਪਾਦਨ ਹੋਏਗਾ, ਅਤੇ ਲੇਬਰ ਵੀ ਆਪਣੇ ਆਪ ਜ਼ਮੀਨ ਤੇ ਕੁਛ ਨਹੀਂ ਕਰ ਸਕਦੀ ਜਦੋਂ ਤੱਕ ਅਸੀਂ ਇਸ ਤੇ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਦੇ, ਜਦੋਂ ਤੱਕ ਅਸੀਂ ਕੈਪੀਟਲ ਨਹੀਂ ਲਗਾਉਂਦੇ। ਅਤੇ ਇਹ ਤਿੰਨੋਂ ਸਾਧਨਾਂ ਨੂੰ ਇਕੱਠਾ ਕਰਕੇ ਇਹਨਾਂ ਨੂੰ ਯੂਜ਼ ਨਹੀਂ ਕਰਨਾ, ਇਹਨਾਂ ਦਾ ਪ੍ਰਯੋਗ ਨਹੀਂ ਕਰਨਾ। ਤਾਂ ਕੁਝ ਕਨਸੈਪਟਸ ਹੈ ਜਿਹਨਾਂ ਨੂੰ ਅਸੀਂ ਇਹਨਾਂ ਦੇ ਵਿੱਚ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਮਾਰਜਨਲ ਫਿਜ਼ੀਕਲ ਪ੍ਰੋਡਕਟ, ਜਿਹਨੂੰ ਅਸੀਂ ਸ਼ੋਰਟ ਦੇ ਵਿੱਚ MPP ਕਹਿੰਦੇ ਹਾਂ, ਸੀਮਾਂਤ ਭੌਤਿਕ ਉਤਪਾਦਕਤਾ। ਸੀਮਾਂਤ ਭੌਤਿਕ ਉਤਪਾਦਕਤਾ ਕੀ ਹੁੰਦਾ ਹੈ? ਉਤਪਾਦਨ ਦੇ ਇੱਕ ਸਾਧਨ ਵਿੱਚ ਤਬਦੀਲੀ ਕਰਨ ਨਾਲ, ਜਾਂ ਉਤਪਾਦਨ ਦੇ ਸਾਧਨ ਦੀ ਇੱਕ ਇਕਾਈ ਵਿੱਚ ਹੋਰ ਵਾਧਾ ਕਰਨ ਨਾਲ ਕੁੱਲ ਉਤਪਾਦਨ ਵਿੱਚ ਜਿਹੜੀ ਤਬਦੀਲੀ ਆਉਂਦੀ ਹੈ, ਪਰਿਵਰਤਨ ਆਉਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਸੀਮਾਂਤ ਭੌਤਿਕ ਉਤਪਾਦਕਤਾ। ਜਿਸ ਤਰ੍ਹਾਂ ਇਸ ਸਲਾਈਡ 'ਚ ਦਿੱਤਾ ਹੋਇਆ ਹੈ कि MPP की है, मार्जिनल फिजिकल प्रोडक्टिविटी प्रोडक्ट की है कि चेंज इन टोटल प्रोडक्ट, कुल उत्पादन में तब्दीली डिवाइडेड बाय चेंज इन नंबर ऑफ यूनिट्स ऑफ द फैक्टर ऑफ प्रोडक्शन। उत्पादन ਦੇ ਸਾਧਨ ਦੇ ਇੱਕ ਇਕਾਈ ਵਿੱਚ ਤਬਦੀਲੀ। ਜੇ ਉਦਾਹਰਨ ਦੇ ਤੌਰ ਤੇ 10 ਮਜ਼ਦੂਰ ਜਿਹੜੇ ਨੇ 50 ਇਕਾਈਆਂ ਦਾ ਉਤਪਾਦਨ ਕਰਦੇ ਨੇ, ਅਤੇ ਜੇ ਇੱਕ ਹੋਰ ਮਜ਼ਦੂਰ ਅਸੀਂ ਲਗਾ ਦਈਏ, 11 ਮਜ਼ਦੂਰ ਲਗਾ ਦਈਏ, 11 ਮਜ਼ਦੂਰ ਮੰਨ ਲਓ 60 ਇਕਾਈਆਂ ਦਾ ਉਤਪਾਦਨ ਕਰਦੇ ਨੇ, ਤਾਂ 11ਵੇਂ ਮਜ਼ਦੂਰ ਨੇ 10 ਹੋਰ ਇਕਾਈਆਂ ਦਾ ਉਤਪਾਦਨ ਕੀਤਾ, ਤਾਂ ਇਹ ਜਿਹੜੇ 10 ਉਤਪਾਦਨ ਨੇ, ਇਸ ਨੂੰ ਅਸੀਂ ਕਹਾਂਗੇ 10 ਵਸਤੂ ਦਾ ਉਤਪਾਦਨ, ਇਸ ਨੂੰ ਅਸੀਂ ਸੀਮਾਂਤ ਭੌਤਿਕ ਉਤਪਾਦਨ ਕਹਿੰਦੇ ਹਾਂ। ਜੇ ਅਸੀਂ ਸੀਮਾਂਤ ਭੌਤਿਕ ਉਤਪਾਦਨ ਨੂੰ ਵਸਤੂ ਦੀ ਕੀਮਤ ਦੇ ਨਾਲ, ਜਿਸ ਵਸਤੂ ਦਾ ਅਸੀਂ ਉਤਪਾਦਨ ਕੀਤਾ ਉਸ ਦੀ ਕੀਮਤ ਦੇ ਨਾਲ ਮਲਟੀਪਲਾਈ ਕਰ ਦਈਏ, ਗੁਣਾ ਕਰ ਦਈਏ, ਤਾਂ ਇਹ ਬਣ ਜਾਂਦਾ ਹੈ ਵੈਲਿਊ ਆਫ ਮਾਰਜਨਲ ਪ੍ਰੋਡਕਟ, ਸੀਮਾਂਤ ਉਤਪਾਦਨ ਦਾ ਮੁੱਲ। ठीक है जी, दिस इज नोन एज वैल्यू ऑफ मार्जिनल प्रोडक्ट। अगे है सीमांत आमदन उत्पादन। सीमांत आमदन उत्पादन मार्जिनल रेवन्यू प्रोडक्ट। जे असी MPP ਨੂੰ मार्जिनल फिजिकल प्रोडक्ट ਨੂੰ सीमांत आमदन ਦੇ ਨਾਲ ਮਲਟੀਪਲਾਈ ਕਰ ਦਈਏ, सीमांत आमदन ਨਾਲ ਗੁਣਾ ਕਰ ਦਈਏ, ਤਾਂ ਇਹ ਬਣ ਜਾਂਦਾ ਹੈ ਮਾਰਜਨਲ ਰੈਵਨਿਊ ਪ੍ਰੋਡਕਟ, सीमांत आमदन उत्पादन। ਹੁਣ ਸਾਨੂੰ ਪਤਾ ਹੈ ਕਿ ਪਰਫੈਕਟ ਕੰਪੀਟੀਸ਼ਨ 'ਚ, ਪੂਰਨ ਪ੍ਰਤੀਯੋਗਿਤਾ ਦੇ ਵਿੱਚ ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਅਤੇ ਪ੍ਰਾਈਸ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਔਸਤ ਆਮਦਨ, ਸੀਮਾਂਤ ਆਮਦਨ ਅਤੇ ਵਸਤੂ ਦੀ ਕੀਮਤ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਤਾਂ ਕਿਉਂਕਿ ਇਹ ਔਸਤ ਆਮਦਨ, ਸੀਮਾਂਤ ਆਮਦਨ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ, ਇਸ ਲਈ ਪੂਰਨ ਪ੍ਰਤੀਯੋਗਿਤਾ ਦੇ ਵਿੱਚ ਵੈਲਿਊ ਆਫ ਮਾਰਜਨਲ ਪ੍ਰੋਡਕਟ ਅਤੇ ਮਾਰਜਨਲ ਰੈਵਨਿਊ ਪ੍ਰੋਡਕਟ, मतलब कि सीमांत मतलब वैल्यू मार्जिन प्रोडक्ट, सीमांत उत्पादन के मुल ਅਤੇ सीमांत आमदन उत्पादन ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਹ ਦੋਨੋਂ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ ਪਰਫੈਕਟ ਕੰਪੀਟੀਸ਼ਨ 'ਚ। ਲੇਕਿਨ ਇਨਪਰਫੈਕਟ ਕੰਪੀਟੀਸ਼ਨ 'ਚ, ਅਪੂਰਨ ਪ੍ਰਤੀਯੋਗਿਤਾ ਦੇ ਵਿੱਚ, ਉਤਪਾਦਨ ਦੇ ਹਰੇਕ ਸਟੇਜ ਦੇ ਉੱਤੇ, ਉਤਪਾਦਨ ਦੇ ਹਰੇਕ ਪੱਧਰ ਤੇ, ਕਿਉਂਕਿ ਐਵਰੇਜ ਰੈਵਨਿਊ ਮਾਰਜਨ ਰੈਵਨਿਊ ਨਾਲੋਂ ਜ਼ਿਆਦਾ ਹੁੰਦਾ, ਇਸ ਕਰਕੇ ਵੈਲਿਊ ਆਫ ਮਾਰਜਨਲ ਪ੍ਰੋਡਕਟ ਜਿਹੜੀ ਹੈ ਉਹ ਮਾਰਜਨਲ ਰੈਵਨਿਊ ਪ੍ਰੋਡਕਟ ਦੇ ਨਾਲੋਂ ਜ਼ਿਆਦਾ। ਨਾਓ ਨੈਕਸਟ ਜਿਹੜੀ ਹੈ ਅਸੀਂ ਡਿਸਕਸ ਕਰਦੇ ਹਾਂ ਕਿ ਡਿਮਾਂਡ ਫॉर ਫੈਕਟਰਸ ਆਫ ਪ੍ਰੋਡਕਸ਼ਨ ਐਂਡ ਸਪਲਾਈ ਆਫ ਫੈਕਟਰਸ ਆਫ ਪ੍ਰੋਡਕਸ਼ਨ। ਇੱਕ ਟੇਬਲ ਦੇ ਨਾਲ ਅਸੀਂ ਡਿਸਕਸ ਕਰਾਂਗੇ। ਆਹ ਟੇਬਲ ਹੈ, ਇਹਦੇ ਵਿੱਚ 5.1 ਦੇ ਵਿੱਚ ਪਹਿਲਾਂ ਯੂਨਿਟਸ ਆਫ ਵਰਕਰ ਲਿਆ, ਫਿਰ ਟੋਟਲ ਪ੍ਰੋਡਕਸ਼ਨ ਹੈ, ਮਾਰਜਨਲ ਪ੍ਰੋਡਕਟ, ਫਿਜ਼ੀਕਲ ਪ੍ਰੋਡਕਟ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਜੋ ਅਸੀਂ ਵਰਕਰਸ ਦੀ ਸੰਖਿਆ ਵਧਾਈ ਜਾਂਦੇ ਹਾਂ, ਮਜ਼ਦੂਰਾਂ ਦੀ ਸੰਖਿਆ ਵਧਾਈ ਜਾਂਦੇ ਹਾਂ, ਤਾਂ ਕੁੱਲ ਉਤਪਾਦਨ 20 ਤੋਂ 30, 30 ਤੋਂ 35, 35 ਤੋਂ 38, 38 ਤੋਂ 39, ਕੁੱਲ ਉਤਪਾਦਨ ਵਿੱਚ ਵਾਧਾ ਤਾਂ ਹੋ ਰਿਹਾ ਹੈ, ਪਰੰਤੂ ਘਟਦੀ ਹੀ ਦਰ ਨਾਲ। ਤਾਂ ਸੀਮਾਂਤ ਉਤਪਾਦਨ ਪਹਿਲਾਂ 20 ਹੈ, ਫਿਰ 30 ਮਾਈਨਸ 20 10 ਹੋ ਗਿਆ, 35 ਮਾਈਨਸ 35 ਹੋ ਗਿਆ, 38 ਮਾਈਨਸ 35 3 ਹੋ ਗਿਆ, 39 ਮਾਈਨਸ 38 1 ਹੋ ਗਿਆ। ਹੁਣ ਜਿਸ ਵਸਤੂ ਦਾ ਉਤਪਾਦਨ ਕਰਦੇ ਆ, ਮੰਨ ਲਓ ਉਹ ਬ੍ਰੈਡ ਹੈ, ਅਤੇ ਬ੍ਰੈਡ ਦੀ ਕੀਮਤ ਜਿਹੜੀ ਹੈ
ਉਹ ਹੈ 10 ਰੁਪਏ ਪ੍ਰਤੀ ਇਕਾਈ। ਤਾਂ ਇਸ ਮਾਰਜਨਲ ਫਿਜ਼ੀਕਲ ਪ੍ਰੋਡਕਟ ਨੂੰ, ਸੀਮਾਂਤ ਭੌਤਿਕ ਉਤਪਾਦਨ ਨੂੰ, ਜੇ ਅਸੀਂ ਬ੍ਰੈਡ ਦੀ ਕੀਮਤ ਦੇ ਨਾਲ ਮਲਟੀਪਲਾਈ ਕਰ ਦਾਂਗੇ, ਗੁਣਾ ਕਰ ਦਾਂਗੇ, ਤਾਂ ਸਾਡੇ ਕੋਲ ਬਣ ਜਾਏਗਾ ਸੀਮਾਂਤ ਉਤਪਾਦਨ ਦਾ ਮੁੱਲ, ਜਿਹਨੂੰ ਅਸੀਂ ਵੈਲਿਊ ਆਫ ਮਾਰਜਨ ਪ੍ਰੋਡਕਟ ਕਹਿੰਦੇ ਹਾਂ। ਤਾਂ 20 into 10, 10 into 10, 5 into 10, 3 into 10 ਅਤੇ 1 into 10, ਇਹ ਮਲਟੀਪਲਾਈ ਕਰਕੇ ਸਾਡੇ ਕੋਲ ਆ ਗਿਆ 200, 100, 50, 50, 30 ਅਤੇ 10। ਤਾਂ ਟੋਟਲ ਰੈਵਨਿਊ ਪ੍ਰੋਡਕਟ ਕੀ ਆ ਗਿਆ? ਜੇ ਕੁੱਲ ਉਤਪਾਦਨ ਨੂੰ ਵਸਤੂ ਦੀ ਕੀਮਤ ਦੇ ਨਾਲ ਗੁਣਾ ਕਰ ਦਈਏ, ਕੁੱਲ ਉਤਪਾਦਨ ਸਾਡੇ ਕੋਲ 20 ਹੈ, 20 ਨੂੰ 10 ਨਾਲ ਗੁਣਾ ਕਰਤਾ 200 ਆ ਗਿਆ, 30 ਨੂੰ 10 ਨਾਲ ਗੁਣਾ ਕੀਤਾ 300 ਆ ਗਿਆ, 35 ਨੂੰ 10 ਨਾਲ 350 ਆ ਗਿਆ, 38 ਨੂੰ 10 ਨਾਲ 380 ਅਤੇ 39 ਨੂੰ 10 ਨਾਲ ਗੁਣਾ ਕਰਕੇ 390। ਹੁਣ ਕਿਉਂਕਿ ਪਰਫੈਕਟ ਕੰਪੀਟੀਸ਼ਨ ਚ ਪੂਰਨ ਪ੍ਰਤੀਯੋਗਤਾ ਵਿੱਚ ਜਿਹੜੀ ਪ੍ਰਾਈਸ ਹੈ ਉਹ ਐਵਰੇਜ ਰੈਵਨਿਊ ਤੇ ਮਾਰਜਨ ਰੈਵਨਿਊ ਦੇ ਬਰਾਬਰ ਹੁੰਦੀ ਹੈ। ਤਾਂ ਜੇ ਪ੍ਰਾਈਸ ਬ੍ਰੈਡ ਦੀ 10 ਰੁਪਏ ਹੈ ਤਾਂ ਮਾਰਜਨ ਰੈਵਨਿਊ ਵੀ 10 ਰੁਪਏ ਹੀ ਹੋਏਗਾ। ਪ੍ਰਾਈਸ ਜਿਹੜੀ ਹੈ ਹਮੇਸ਼ਾ ਐਵਰੇਜ ਰੈਵਨਿਊ ਦੇ ਬਰਾਬਰ ਹੈ, ਤਾਂ ਮਾਰਜਨ ਰੈਵਨਿਊ ਵੀ ਇਸ ਦੇ ਬਰਾਬਰ ਹੋਏਗਾ। ਤਾਂ ਇਸ ਲਈ ਜੇ ਇਸ ਮਾਰਜਨ ਰੈਵਨਿਊ ਨੂੰ ਅਸੀਂ ਐਮਪੀਪੀ ਨਾਲ, ਮਾਰਜਨਲ ਫਿਜ਼ੀਕਲ ਪ੍ਰੋਡਕਟ ਦੇ ਨਾਲ ਮਲਟੀਪਲਾਈ ਕਰਾਂਗੇ, ਤਾਂ ਇਹ ਵੈਲਿਊ ਆਫ ਮਾਰਜਨ ਪ੍ਰੋਡਕਟ ਜਿਹੜੀ ਹੈ ਮਾਰਜਨ ਰੈਵਨਿਊ ਪ੍ਰੋਡਕਟ ਦੇ ਬਰਾਬਰ ਹੀ ਆਏਗੀ। ਤਾਂ ਅਸੀਂ ਦੇਖਦੇ ਹਾਂ ਕਿ ਵੈਲਿਊ ਆਫ ਮਾਰਜਨ ਪ੍ਰੋਡਕਟ ਜਿਹੜੀ ਹੈ ਉਹ ਮਾਰਜਨ ਰੈਵਨਿਊ ਪ੍ਰੋਡਕਟ ਦੇ ਬਰਾਬਰ ਹੈ। ਅਤੇ ਇਕਨੋਮਿਕਸ ਦੇ ਵਿੱਚ ਜਿਹੜੀ ਮਾਰਜਨ ਰੈਵਨਿਊ ਪ੍ਰੋਡਕਟ ਹੈ, ਇਸੇ ਨੂੰ ਅਸੀਂ ਡਿਮਾਂਡ ਕਰਵ, ਸਾਧਨਾਂ ਦੀ ਡਿਮਾਂਡ ਕਰਵ ਕਹਿੰਦੇ ਹਾਂ ਅਸੀਂ। ਤਾਂ ਜਿਉਂ-ਜਿਉਂ ਅਸੀਂ ਨੰਬਰ ਆਫ ਵਰਕਰਸ ਵਧਾਈ ਜਾ ਰਹੇ ਹਾਂ, ਮਾਰਜਨ ਰੈਵਨਿਊ ਪ੍ਰੋਡਕਟ ਜਿਹੜੀ ਹੈ ਲਗਾਤਾਰ ਕੀ ਹੈ, ਘਟੀ ਜਾਂਦੀ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜਿਉਂ-ਜਿਉਂ ਵੈਸਾ ਇਹਨਾਂ ਦੀ ਮਤਲਬ ਕਿ ਵਰਕਰਸ ਦੀ ਸੰਖਿਆ ਵਧਾਉਣ ਦੇ ਨਾਲ, ਤਾਂ ਇਹਨਾਂ ਦਾ ਸੀਮਾਂਤ ਭੌਤਿਕ ਉਤਪਾਦਨ, ਜਿਸ ਤਰ੍ਹਾਂ ਅਸੀਂ ਟੇਬਲ 'ਚ ਵੀ ਦੇਖਿਆ ਕਿ ਜੇ ਅਸੀਂ ਵਰਕਰ ਦੀ ਸੰਖਿਆ ਵਧਾਉਂਦੇ ਹਾਂ ਤਾਂ ਸੀਮਾਂਤ ਭੌਤਿਕ ਉਤਪਾਦਕਤਾ ਜਿਹੜੀ ਹੈ ਉਹ ਘਟੀ ਜਾਂਦੀ ਹੈ। ਜੇ ਸੀਮਾਂਤ ਭੌਤਿਕ ਉਤਪਾਦਕਤਾ ਘਟਦੀ ਹੈ ਤਾਂ ਨੰਬਰ ਆਫ ਵਰਕਰਸ ਕੀ ਹੈ, ਜ਼ਿਆਦਾ, ਅਸੀਂ ਜ਼ਿਆਦਾ ਵਰਕਰਸ ਲਗਾਈਏ। ਜੇ ਵਰਕਰਸ ਅਸੀਂ ਘੱਟ ਲਗਾਵਾਂਗੇ ਤਾਂ ਸੀਮਾਂਤ ਭੌਤਿਕ ਉਤਪਾਦਕਤਾ ਕੀ ਹੈ, ਉਹ ਜ਼ਿਆਦਾ ਹੋਵੇ। ਤਾਂ ਮਾਰਜਨਲ ਰੈਵਨਿਊ ਪ੍ਰੋਡਕਟ ਨੂੰ ਅਸੀਂ ਮੰਗ ਵਕਰ ਕਹਿੰਦੇ ਹਾਂ, ਸਾਧਨਾਂ ਦੀ ਮੰਗ ਵਕਰ। ਅਤੇ ਜੇ ਅਸੀਂ ਸਪਲਾਈ ਦੀ ਗੱਲ ਕਰੀਏ, ਸਪਲਾਈ ਆਫ ਫੈਕਟਰਸ ਆਫ ਪ੍ਰੋਡਕਸ਼ਨ, ਤਾਂ ਸਪਲਾਈ ਆਫ ਜਿਹੜੇ ਪ੍ਰੋਡਕਸ਼ਨ ਜਿਹੜੇ ਨੇ, ਜਿਹੜੇ ਸਾਧਨ ਜਿਹੜੇ ਨੇ, ਉਹਨਾਂ ਦੇ ਜਿਹੜੇ ਮਲਕੀਅਤ ਹੈ ਆਮ ਤੌਰ ਤੇ ਉਹ ਨਿੱਜੀ ਹੱਥਾਂ ਦੇ ਵਿੱਚ ਹੁੰਦੀ ਹੈ। ਤਾਂ ਬਹੁਤ ਸਾਰੇ ਇਕਨੋਮਿਕ ਅਤੇ ਨੋਨ ਇਕਨੋਮਿਕ ਫੈਕਟਰਸ, ਆਰਥਿਕ ਅਤੇ ਗੈਰ ਆਰਥਿਕ ਤੱਤ ਇਹਨਾਂ ਸਾਧਨਾਂ ਦੀ ਪੂਰਤੀ ਨੂੰ ਇਫੈਕਟ ਕਰਦੇ ਹਨ, ਪ੍ਰਭਾਵਿਤ ਕਰਦੇ ਹਨ। ਜਿਸ ਤਰ੍ਹਾਂ ਕਿ ਲੈਂਡ ਦੀ ਸਪਲਾਈ ਕਰੀਏ, ਲੈਂਡ ਦੀ ਸਪਲਾਈ ਜਿਹੜੀ ਹੈ ਆਮ ਤੌਰ ਤੇ ਇਹ ਫਿਕਸ ਹੁੰਦੀ ਹੈ, ਇਹਦੇ ਵਿੱਚ ਅਸੀਂ ਘਾਟਾ ਜਾਂ ਵਾਧਾ ਨਹੀਂ ਕਰ ਸਕਦੇ। ਮਤਲਬ ਕਿ ਜੇ ਅਸੀਂ ਯੂਨੀਵਰਸ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਉਹ ਸਮੁੱਚੇ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰੀਏ, ਤਾਂ ਜ਼ਮੀਨ ਦੀ ਜਿਹੜੀ ਸਪਲਾਈ ਹੈ ਉਹ ਪੈਰਲਲ ਟੂ ਵਾਈ ਐਕਸਿਸ ਰਹਿੰਦੀ ਹੈ। ਅਤੇ ਜੇ ਅਸੀਂ ਕੈਪੀਟਲ ਮਾਰਕੀਟ ਦੀ ਗੱਲ ਕਰੀਏ ਤਾਂ ਕੈਪੀਟਲ ਮਾਰਕੀਟ ਦੇ ਵਿੱਚ ਕੈਪੀਟਲ ਦਾ ਯੂਜ਼ ਕਰਨ ਦੇ ਵੇਲੇ ਜੋ ਅਸੀਂ ਪ੍ਰਾਈਸ ਕਰਦੇ ਹਾਂ ਉਸ ਨੂੰ ਅਸੀਂ ਇੰਟਰਸਟ ਕਹਿੰਦੇ ਹਾਂ। ਤਾਂ ਜਿਉਂ-ਜਿਉਂ ਇੰਟਰਸਟ ਵੱਧਦਾ ਜਾਂਦਾ ਹੈ, ਵਿਆਜ ਦੀ ਦਰ ਵੱਧਦੀ ਜਾਂਦੀ ਹੈ, ਤਾਂ ਪੂੰਜੀ ਦੀ ਪੂਰਤੀ ਕੀ ਹੈ, ਵੱਧਦੀ ਜਾਂਦੀ ਹੈ। ਜੇ ਇੰਟਰਸਟ ਅਸੀਂ ਮਤਲਬ ਬਾਜ਼ਾਰ ਦੇ ਵਿੱਚ ਘੱਟ ਹੋਵੇ ਤਾਂ ਸਪਲਾਈ ਦੀ, ਕੈਪੀਟਲ ਦੀ ਸਪਲਾਈ ਜਿਹੜੀ ਹੈ ਉਹ ਘੱਟ ਜਾਂਦੀ ਹੈ। ਇਸੇ ਤਰ੍ਹਾਂ ਮਜ਼ਦੂਰਾਂ ਦੀ ਸਪਲਾਈ ਜਿਹੜੀ ਹੈ ਸ਼ਾਰਟ ਰਨ 'ਚ, ਜੇ ਮਜ਼ਦੂਰਾਂ ਨੂੰ ਅਸੀਂ ਉਹਨਾਂ ਦੀ ਮਜ਼ਦੂਰੀ ਜ਼ਿਆਦਾ ਦੇਵਾਂਗੇ ਤਾਂ ਉਹਨਾਂ ਦੀ ਸਪਲਾਈ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਜੇ ਮਜ਼ਦੂਰੀ ਘੱਟ ਦੇਵਾਂਗੇ ਤਾਂ ਸਪਲਾਈ ਕੀ ਹੈ, ਘੱਟ ਜਾਂਦੀ ਹੈ। ਇਹ ਵੀ ਅਪਵਰਡ ਸਲੋਪਿੰਗ ਹੈ। ਲੇਕਿਨ ਜੇ ਅਸੀਂ ਇਸ ਦੇ ਲੈਫਟ ਸਾਈਡ ਤੇ ਦੇਖੀਏ, ਲੇਬਰ ਸਪਲਾਈ ਇਨ ਦਾ ਲੌਂਗ ਰਨ, ਤਾਂ ਵੇਜਿਸ ਵਧਣ ਦੇ ਨਾਲ ਸ਼ੁਰੂ ਵਿੱਚ ਮਜ਼ਦੂਰਾਂ ਦੀ ਸਪਲਾਈ ਵੱਧਦੀ ਹੈ, ਫਿਰ ਇਹਨੂੰ ਅਸੀਂ ਬੈਕਵਰਡ ਬੈਂਡਿੰਗ ਸਪਲਾਈ ਕਰਵ ਕਹਿੰਦੇ ਹਾਂ, ਮਤਲਬ ਪਿੱਛੇ ਵੱਲ ਨੂੰ ਮੁੜੀ ਹੋਈ ਸਪਲਾਈ ਕਰਵ। ਤਾਂ ਜਿੱਥੋਂ ਬੈਂਡ ਹੋ ਰਹੀ ਹੈ, ਜਿੱਥੋਂ ਇਹ ਪਿੱਛੇ ਨੂੰ ਮੁੜ ਰਹੀ ਹੈ, ਉਸ ਤੋਂ ਬਾਅਦ ਮਜ਼ਦੂਰ ਜੇ ਵੇਜਿਸ ਵੱਧਦੇ ਹੈ ਤਾਂ ਉਹ ਕੰਮ ਕਰਨ ਨੂੰ ਜ਼ਿਆਦਾ ਤਿਆਰ ਨਹੀਂ ਹੁੰਦੇ, ਉਹ ਜ਼ਿਆਦਾ ਆਪਣਾ ਰੈਸਟ ਕਰਨਾ ਪਸੰਦ ਕਰਦੇ हैं, ਉਹ ਲੇਜ਼ਰ ਲਾਈਫ ਲੀਡ ਕਰਨਾ ਪਸੰਦ ਕਰਦੇ ਨੇ। ਇੱਕ ਮਜ਼ਦੂਰੀ ਤੋਂ ਜ਼ਿਆਦਾ ਜੇ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ ਅਤੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਕੰਮ ਕਰੋ, ਤਾਂ ਉਹ ਆਪਣੀ ਸਪਲਾਈ ਦੇਣ ਨੂੰ ਇਨਕਾਰ ਕਰ ਦਿੰਦੇ ਨੇ। ਤਾਂ ਇਸ ਕਰਕੇ ਲੌਂਗ ਰਨ ਦੇ ਵਿੱਚ
ਲੇਬਰ ਸਪਲਾਈ ਕਰਵ ਜਿਹੜੀ ਹੈ ਬੈਕਵਰਡ ਬੈਂਡਿੰਗ ਕਹਿੰਦੇ ਨੇ, ਬਿਕੋਜ਼ ਦੇ ਪ੍ਰੈਫਰ layer or the rest rather than to work more at higher wage level। ਤਾਂ ਇਹ ਸੀਗਾ ਇਹਨਾਂ ਦੀ ਡਿਮਾਂਡ ਫॉर ਫੈਕਟਰਸ ਐਂਡ ਸਪਲਾਈ ਆਫ ਫੈਕਟਰਸ। ਡਿਮਾਂਡ ਫॉर ਫੈਕਟਰਸ ਐਂਡ ਸਪਲਾਈ ਆਫ ਫੈਕਟਰਸ ਆਫ ਪ੍ਰੋਡਕਸ਼ਨ। ਹੁਣ ਅਸੀਂ ਡਿਸਕਸ ਕਰ ਰਹੇ ਹਾਂ ਸੀਮਾਂਤ ਉਤਪਾਦਕ ਸਿਧਾਂਤ ਦੁਆਰਾ ਸਾਧਨਾਂ ਦੀ ਕੀਮਤ, ਕਿ ਕਿਵੇਂ ਅਸੀਂ ਰੈਂਟ, ਜਿਹਨੂੰ ਅਸੀਂ ਲਗਾਨ ਕਹਿ ਦਿੰਦੇ ਹਾਂ, ਕਿਰਾਇਆ ਕਹਿ ਦਿੰਦੇ ਹਾਂ, ਅਤੇ ਵੇਜਿਸ ਮਜ਼ਦੂਰੀ, ਇੰਟਰਸਟ, ਵਿਆਜ ਹੋ ਗਿਆ, ਪ੍ਰੋਫਿਟ, ਅਸੀਂ ਕਿਵੇਂ ਲਾਭ ਦਾ ਅਸੀਂ ਨਿਰਧਾਰਨ ਕਰਦੇ ਹਾਂ। ਮੈਂ ਦੱਸਿਆ ਸੀਗਾ ਕਿ ਲੈਂਡ ਦਾ ਪ੍ਰਯੋਗ ਕਰਨ ਦੇ ਵੇਲੇ, ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਭੂਮੀ ਦੇ ਮਾਲਕ ਨੂੰ ਇੱਕ ਨਿਸ਼ਚਿਤ ਸਮੇਂ ਦੇ ਲਈ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਭੂਮੀ ਦੇ ਮਾਲਕ ਨੂੰ ਉਪਜ ਦਾ ਜਿਹੜਾ ਭਾਗ ਦਿੱਤਾ ਜਾਂਦਾ ਹੈ ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ, ਉਸ ਨੂੰ ਅਸੀਂ ਲਗਾਨ ਕਹਿੰਦੇ ਹਾਂ। ਤਾਂ ਲਗਾਨ ਦਾ ਨਿਰਧਾਰਨ ਕਿਵੇਂ ਹੁੰਦਾ ਹੈ? ਇਹ 5.5 ਡਾਇਗਰਾਮ ਦੇ ਵਿੱਚ ਸਪਸ਼ਟ ਹੈ ਕਿ ਲੈਂਡ ਦੀ ਜਿਹੜੀ ਸਪਲਾਈ ਹੈ ਇਹ ਤਾਂ ਫਿਕਸਡ ਹੈ, ਇਹਦੇ ਵਿੱਚ ਅਸੀਂ ਘਾਟਾ ਵਾਧਾ ਨਹੀਂ ਕਰ ਸਕਦੇ। ਭੂਮੀ ਦੀ ਜਿਹੜੀ ਮੰਗ ਹੈ ਉਹ ਬਿਲਕੁਲ ਡਿਮਾਂਡ ਹੈ, ਇਹ ਆਪਾਂ ਕਰ ਚੁੱਕੇ ਹਾਂ। ਕਿ ਮੰਨ ਲਓ ਇੱਕ ਦੁਆਰਾ ਫਿਰ ਆਪਾਂ ਕਿਸੇ ਹੋਰ ਤਰੀਕੇ ਨਾਲ ਗੱਲ ਕਰ ਰਹੇ ਹਾਂ ਕਿ ਮੰਨ ਲਓ ਇੱਕ ਨਿਸ਼ਚਿਤ ਭੂਮੀ ਤੇ ਅਸੀਂ ਮੱਕੀ ਬੀਜ ਸਕਦੇ ਹਾਂ, ਉਸ ਜ਼ਮੀਨ ਤੇ ਮੱਕੀ ਤੋਂ ਇਲਾਵਾ ਕਿਸੇ ਹੋਰ ਵਸਤੂ ਦਾ ਉਤਪਾਦਨ ਅਸੀਂ ਨਹੀਂ ਕਰ ਸਕਦੇ। ਉਦਾਹਰਨ ਅਸੀਂ ਇੱਕ ਹਾਈਪੋਥੈਟੀਕਲ ਐਗਜ਼ਾਮਪਲ ਹੈ, ਕਾਲਪਨਿਕ ਉਦਾਹਰਨ ਹੈ। ਹੁਣ ਭੂਮੀ ਦੀ ਜਿਹੜੀ ਮੰਗ ਹੈ ਉਹ ਮੱਕੀ ਦੀ ਡਿਮਾਂਡ ਤੇ ਡਿਪੈਂਡ ਕਰਦਾ ਹੈ। ਜੇ ਮੱਕੀ ਦੀ ਮੰਗ ਜਿਹੜੀ ਹੈ ਜ਼ਿਆਦਾ ਹੋਏਗੀ ਬਾਜ਼ਾਰ ਦੇ ਵਿੱਚ, ਤਾਂ ਉਸ ਭੂਮੀ ਦੀ ਮੰਗ ਵੀ ਜ਼ਿਆਦਾ ਹੋਏਗੀ ਜਿਸ ਭੂਮੀ ਤੇ ਪ੍ਰਯੋਗ ਕਰਕੇ ਅਸੀਂ ਮੱਕੀ ਉਗਾਉਂਦੇ ਹਾਂ। ਤਾਂ ਇਸ ਦਾ ਮਤਲਬ ਹੋਇਆ ਕਿ ਮੱਕੀ ਉਗਾਉਣ ਵਾਲੀ ਜਿਹੜੀ ਭੂਮੀ ਹੈ ਉਸ ਦੀ ਮੰਗ ਮੱਕੀ ਦੀ ਮੰਗ ਤੇ ਨਿਰਭਰ ਕਰਦੀ ਹੈ। ਤਾਂ ਜੇ ਮੱਕੀ ਦੀ ਮੰਗ ਦੀ ਜ਼ਿਆਦਾ ਹੈ ਤਾਂ ਭੂਮੀ ਦੀ ਮੰਗ ਵੀ ਜ਼ਿਆਦਾ ਹੈ, ਜੇ ਮੱਕੀ ਦੀ ਮੰਗ ਘੱਟ ਹੈ ਤਾਂ ਭੂਮੀ ਦੀ ਮੰਗ ਵੀ ਘੱਟ ਹੈ। ਅਤੇ ਜੇ ਮੱਕੀ ਦੀ ਮੰਗ ਜ਼ਿਆਦਾ ਹੈ, ਭੂਮੀ ਦੀ ਮੰਗ ਜ਼ਿਆਦਾ ਹੈ, ਤਾਂ ਉਸ ਭੂਮੀ ਤੇ ਜਿਹੜਾ ਲਗਾਨ ਹੋਏਗਾ, ਜਿਹੜਾ ਰੈਂਟ ਹੋਏਗਾ ਉਹ ਵੀ ਜ਼ਿਆਦਾ ਹੋਏਗਾ। ਅਤੇ ਜੇ ਮੱਕੀ ਦੀ ਡਿਮਾਂਡ ਘੱਟ ਹੈ ਤਾਂ ਭੂਮੀ ਦੀ ਮੰਗ ਵੀ ਘੱਟ ਹੈ ਅਤੇ ਲਗਾਨ ਵੀ ਕੀ ਹੋਏਗਾ, ਘੱਟ ਹੋਏਗਾ। ਇਸ ਹਾਲਤ ਦੇ ਵਿੱਚ ਸਪਲਾਈ ਕਿਉਂਕਿ ਕਨਸਟੈਂਟ ਹੈ, ਸਪਲਾਈ ਫਿਕਸਡ ਹੈ, ਸਪਲਾਈ ਦੇ ਵਿੱਚ ਅਸੀਂ ਘਾਟਾ ਵਾਧਾ ਨਹੀਂ ਕਰ ਸਕਦੇ। ਇਸ ਲਈ ਲਗਾਨ ਜਿਹੜਾ ਹੈ ਇਹ ਭੂਮੀ ਦੀ ਮੰਗ ਤੇ ਨਿਰਭਰ ਕਰਦਾ ਹੈ। ਮੰਗ ਜ਼ਿਆਦਾ ਹੋਣ ਤੇ ਲਗਾਨ ਜ਼ਿਆਦਾ ਹੋ ਜਾਏਗਾ ਅਤੇ ਮੰਗ ਘੱਟ ਹੋਣ ਤੇ ਲਗਾਨ ਕੀ ਹੈ, ਘੱਟ ਹੋ ਜਾਏਗਾ। ਇਸੇ ਤਰੀਕੇ ਦੇ ਨਾਲ ਅਸੀਂ ਜਿਹੜੇ ਇਕੁਇਲਿਬਰੀਅਮ ਇਨ ਦਾ ਲੇਬਰ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਜਿਹੜਾ ਹੈ ਇਹ ਅਸੀਂ ਮਤਲਬ ਵੇਜਿਸ ਕਿਸ ਤਰ੍ਹਾਂ ਡਿਟਰਮਿਨ ਹੁੰਦੇ ਹੈ, ਵੇਜਿਸ ਦਾ ਨਿਰਧਾਰਨ, ਮਜ਼ਦੂਰੀ ਦਾ ਨਿਰਧਾਰਨ ਕਿਵੇਂ ਹੁੰਦਾ ਹੈ, ਇਹ ਅਸੀਂ ਡਿਸਕਸ ਕਰ ਰਹੇ ਹਾਂ। ਤਾਂ ਅਸੀਂ ਦੇਖਿਆ ਹੁਣੀ ਥੋੜੀ ਦੇਰ ਪਹਿਲਾਂ ਅਸੀਂ ਡਿਸਕਸ ਕੀਤਾ ਸਪਲਾਈ ਆਫ ਲੇਬਰ, ਕਿ ਥੋੜੇ ਸਮੇਂ ਦੇ ਵਿੱਚ ਸਪਲਾਈ ਕਰਵ ਜਿਹੜੀ ਇਸ ਡਾਇਗਰਾਮ 'ਚ ਦਿਖਾਈ ਗਈ ਹੈ ਉੱਪਰ ਨੂੰ ਜਾਂਦੀ ਹੈ। ਮਜ਼ਦੂਰੀ ਵਧਣ ਦੇ ਨਾਲ ਮਜ਼ਦੂਰਾਂ ਦੀ ਸਪਲਾਈ ਕੀ ਹੈ, ਪੂਰਤੀ ਕੀ ਹੈ, ਵੱਧਦੀ ਹੈ, ਅਤੇ ਮਜ਼ਦੂਰੀ ਦੀ ਦਰ ਘਟਣ ਦੇ ਨਾਲ ਮਜ਼ਦੂਰਾਂ ਦੀ ਪੂਰਤੀ ਕੀ ਹੈ, ਘੱਟ ਹੁੰਦੀ ਹੈ। ਲੇਕਿਨ ਲੰਬੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਸਪਲਾਈ ਹੈ ਉਹ ਬੈਕਵਰਡ ਬੈਂਡਿੰਗ ਹੁੰਦੀ ਹੈ, ਪਿੱਛੇ ਵੱਲ ਨੂੰ ਮੁੜੀ ਹੋਈ ਹੁੰਦੀ ਹੈ। ਲੇਕਿਨ ਕਨਵੀਨੀਅੰਸ ਦੇ ਤੌਰ ਤੇ ਇਸ ਨੂੰ ਜਿਹੜਾ ਵਿਆਖਿਆ ਕਰਨ ਦੇ ਲਈ ਅਸੀਂ ਇਸ ਸਪਲਾਈ ਨੂੰ ਸਟ੍ਰੇਟ ਲਾਈਨ ਹੀ ਲੈ ਲੈਂਦੇ ਹਾਂ। ਤਾਂ ਮਜ਼ਦੂਰਾਂ ਦੀ ਜਿਹੜੀ ਮੰਗ ਹੈ ਇਹ ਡਿਪੈਂਡ ਕਰਦੀ ਹੈ ਇਹਨਾਂ ਦੀ ਮਾਰਜਨਲ ਪ੍ਰੋਡਕਟਿਵਿਟੀ ਤੇ। ਕਿਸੇ ਵੀ ਮਜ਼ਦੂਰ ਦੀ ਮੰਗ ਜਿਹੜੀ ਹੈ ਉਸ ਤੇ ਨਿਰਭਰ ਕਰਦੀ ਹੈ ਕਿ ਉਹ ਕਿੰਨਾ ਕੁ ਉਤਪਾਦਨ ਕਰਦਾ ਹੈ। ਜੇ ਉਹ ਉਤਪਾਦਨ ਜ਼ਿਆਦਾ ਕਰਦਾ ਹੈ ਤਾਂ ਉਸ ਦੀ ਮੰਗ ਕੀ ਹੈ, ਜ਼ਿਆਦਾ ਹੋਏਗੀ। ਜੇ ਉਤਪਾਦਨ ਘੱਟ ਕਰਦਾ ਤਾਂ ਉਸ ਦੀ ਮੰਗ ਕੀ ਹੈ, ਘੱਟ ਹੋਏਗੀ। ਮਤਲਬ ਉਹਦੀ ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟ ਹੈ, ਜਾਂ ਅਸੀਂ ਉਸ ਨੂੰ ਐਵੇਂ ਕਰ ਲਈਏ ਕਿ ਜਿੰਨੀ ਉਹ ਵੈਲਿਊ ਜਿਹੜਾ ਪ੍ਰੋਡਕਸ਼ਨ ਕਰਦਾ ਹੈ, ਜੇ ਉਸ ਦੀ ਵੈਲਿਊ ਮਾਰਕੀਟ ਵੈਲਿਊ ਜ਼ਿਆਦਾ ਹੋਏਗੀ ਉਸ ਦੀ ਡਿਮਾਂਡ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਜੇ ਉਸ ਦੀ ਉਤਪਾਦਨ ਕੀਤੀ ਹੋਈ ਵਸਤੂ ਦੀ ਵੈਲਿਊ ਜਿਹੜੀ ਹੈ ਮਾਰਕੀਟ 'ਚ ਘੱਟ ਹੋਏਗੀ ਤਾਂ ਉਸ ਦੀ ਮੰਗ ਵੀ ਕੀ ਹੋਏਗੀ, ਘੱਟ ਹੋਏਗੀ। ਤਾਂ ਜਿੱਥੇ ਮੰਗ ਜਿਹੜੀ ਹੈ ਪੂਰਤੀ ਦੇ ਬਰਾਬਰ ਹੋਏਗੀ ਉੱਥੇ ਹੀ ਸੰਤੁਲਨ ਹੋਏਗਾ,
जिस तरह के डायग्राम दिखाया गया है कि एफ बिंदु ते मजदूरों की मांग जी है मजदूरों की पूर्ति के बराबर हो, तो इस एफ बिंदु ते संतुलन हो गया लेबर मार्केट के विच, ਅਤੇ ਇਸ ਤੇ ਜਿਹੜੀ ਇਸ ਬਿੰਦੂ ਤੇ ਜਿਹੜੀ ਮਜ਼ਦੂਰੀ ਦੀ ਦਰ ਨਿਰਧਾਰਨ ਹੋਏਗੀ ਉਸ ਨੂੰ ਅਸੀਂ ਸੰਤੁਲਿਤ ਮਜ਼ਦੂਰੀ ਦੀ ਦਰ ਕਹਿੰਦੇ ਹਾਂ। ਤਾਂ ਮਾਰਕੀਟ ਦੇ ਵਿੱਚ ਇਹ ਮਜ਼ਦੂਰੀ ਦੀ ਦਰ ਕੀ ਹੈ, ਨਿਸ਼ਚਿਤ ਹੋਏਗੀ। ਨੈਕਸਟ ਇਸ ਦਾ ਕਿ ਵਿਆਜ ਦਾ ਨਿਰਧਾਰਨ ਕਿਵੇਂ ਹੋਵੇਗਾ। ਇੰਟਰਸਟ ਕੀ ਹੈ, ਇੰਟਰਸਟ ਅਸੀਂ ਦੱਸ ਚੁੱਕੇ ਹਾਂ ਕਿ ਪੂੰਜੀ ਦਾ ਪ੍ਰਯੋਗ ਕਰਨ ਦੇ ਵੇਲੇ ਪੂੰਜੀ ਦੇ ਮਾਲਕ ਨੂੰ, मतलब कि पूंजी का प्रयोग करने के वाले पूंजी का निश्चित समय के लिए प्रयोग करने के वाले पूंजी के मालक को जो भी उसकी प्राइस दी जाती है, पूंजी की प्राइस दी जाती है उसमें असी इंटरस्ट कहने हैं, उसमें असी ब्याज कहने हैं। तो ब्याज को निर्धारण करने दी कई सिद्धांत ने, देयर आर सो मैनी थ्योरीज ऑफ द इंटरस्ट, लेकिन जो अपने सिलेबस है वो एक लोनेबल फंड्स थ्योरी है, इसमें न्यू क्लासिकल थ्योरी ने ना प्राचीन अर्थशास्त्रियों ने इस सिद्धांत को दिता। तो इत्थे इस सिद्धांत के मुताबिक जिथे साधन योग राशि लोनेबल फंड्स को असीं कह सकते हैं साधन योग राशि की मंग, जिथे साधन योग राशि की पूर्ति के बराबर होएगी उत्थे संतुलन होएगा, और संतुलन की दर पे जो ब्याज की दर निश्चित जो ब्याज की दर निश्चित होएगी उसमें असीं संतुलित ब्याज की दर कहते हैं। तो जिहड़े पूंजी की मंग है, लोनेबल फंड्स की जिहड़ी मंग है वो डिपेंड करती है इन्वेस्टमेंट के उत्ते, कंजम्पशन डिमांड के उत्ते और फाइनैशियल डिमांड के उत्ते। इन्वेस्टमेंट जिहड़ा है वो ब्याज की दर पर निर्भर करता है। जो ब्याज की दर घट होएगी इन्वेस्टमेंट असीं की ज़्यादा करांगे, ਅਤੇ ਜੇ ब्याज की दर ज़्यादा होएगी इन्वेस्टमेंट की है घट करें। इस तरह ही कंजम्पशन जो उपभोग, जे उपभोग भी ब्याज की दर पर निर्भर करता है। जे ब्याज की दर घट होएगी कंजम्पशन के लिए असी पूंजी की मांग ज़्यादा करांगे, जे ब्याज की दर ज़्यादा होएगी तो उपभोग के लिए असी पूंजी की मांग की है घट करें। इस तरह ही विधि के लिए साधनों की मांग जिहड़ी है जे ब्याज की दर ज़्यादा होएगी तो फाइनैशियल डिमांड तो वित्तीय डिमांड जिहड़ी है वो घट होएगी, और जे ब्याज की दर घट होने ते इस फाइनैशियल डिमांड की है ज़्यादा होएगी। तो तीन फैक्टर्स हो गए, तीन जिहदे कारण उधार देने योग राशि की मांग जिहड़ी निर्भर करती है, रिपीट करते हैं, इन्वेस्टमेंट, कंजम्पशन एंड फाइनैशियल डिमांड। इसी तरह पूर्ति जिहड़ी है इहदे विच भी एक तो साढ़े को सेविंग्स बचत, असी बचत कदों ज़्यादा करते हैं जो ब्याज की दर ज़्यादा होती है, बचत कदों घट करते हैं जो ब्याज की दर घट होती है इस सिद्धांत के मुताबिक। तो सेविंग्स जी है फंक्शन ऑफ रेट ऑफ इंटरस्ट। इसी तरह डी होल्डिंग या डिस होल्डिंग असी कह दें, मतलब डिस होल्डिंग बने जोड़ा पैसा असी जमा किया है उसको बाहर कढ़ना, ठीक है, ये भी ब्याज की दर पर निर्भर करता है। तो ब्याज की दर ज़्यादा होएगी डी होल्डिंग ज़्यादा होएगी, ब्याज की दर घट होएगी डी होल्डिंग घट होएगी। इसी तरह क्रिएशन ऑफ द मनी, मुद्रा का निर्माण भी ब्याज की दर पर निर्भर करता है, ये भी डायरेक्टली रिलेटेड है, मतलब कि ब्याज की दर ज़्यादा होने के नाल मुद्रा की जी निर्माण है वो ज़्यादा होएगा, ब्याज की दर घट होने के नाल मुद्रा का निर्माण घट होएगा। तो जिथे ये सारे तीनों फैक्टर्स को जे असी सप्लाई दे विच ऐड कर लेने तो बन जाए टोटल सप्लाई ऑफ लोनेबल फंड्स, और तीनों फैक्टर्स को जे असी डिमांड दे विच शामिल कर लिए तो बन जाती है टोटल डिमांड फॉर लोनेबल फंड्स। तो कुल उधार देने योग राशि की मांग जिथे कुल उधार देने योग राशि की पूर्ति के बराबर होएगी उत्थे संतुलन होएगा, और संतुलन ते ही संतुलित ब्याज की दर जिहड़ी है वो निश्चित होएगी। तो एक डायग्राम एक जी इंटरस्ट की थ्योरी वो है लिक्विडिटी प्रेफरेंस थ्योरी ऑफ रेट ऑफ इंटरस्ट, जी कि इस स्लाइड से नहीं दी हुई, लेकिन
ਵਿਆਜ ਦੀ ਦਰ ਦੀ ਇੱਕ ਸਿਧਾਂਤ ਹੈ ਜਿਹੜੀ ਦਿੱਤੀ ਹੈ ਲਿਕੁਇਡਿਟੀ ਪ੍ਰੈਫਰੈਂਸ, ਤਰਲਤਾ ਤਰਜੀਹ ਵਿਆਜ ਦਾ ਸਿਧਾਂਤ। ਤਰਲਤਾ ਤਰਜੀਹ ਵਿਆਜ ਦਾ ਸਿਧਾਂਤ ਜਿਹੜਾ ਹੈ ਉਹ ਕੇਨਸ ਨੇ ਦਿੱਤਾ ਸੀ। ਕੇਨਸ ਇੱਕ ਅਰਥਸ਼ਾਸਤਰੀ ਹੈ, ਜੇਮ ਕੇਨਸ। ਤਾਂ ਉਸਨੇ ਇੱਕ ਵਿਆਜ ਦਾ ਸਿਧਾਂਤ ਦਾ ਵਿਆਜ ਦਾ ਇੱਕ ਸਿਧਾਂਤ ਇੰਟਰਸਟ ਥਿਊਰੀ ਆਫ ਰੇਟ ਆਫ ਇੰਟਰਸਟ ਦਿੱਤਾ ਸੀ, ਜਿਹਨੂੰ ਅਸੀਂ ਲਿਕੁਇਡਿਟੀ ਪ੍ਰੈਫਰੈਂਸ ਥਿਊਰੀ ਆਫ ਰੇਟ ਆਫ ਇੰਟਰਸਟ ਕਹਿ ਦਿੰਦੇ ਹਾਂ। ਉਹਨਾਂ ਦੇ ਮੁਤਾਬਕ ਸ਼ੋਰਟ ਰਨ ਦੇ ਵਿੱਚ, ਅਲਪਕਾਲ ਦੇ ਵਿੱਚ ਜਿਹੜੀ ਸਪਲਾਈ ਆਫ ਫੰਡ ਹੈ, ਸਪਲਾਈ ਜਿਹੜੀ ਹੈ ਮੁਦਰਾ ਦੀ, ਉਹ ਕੀ ਰਹਿੰਦੀ ਹੈ, ਕਾਂਸਟੈਂਟ ਰਹਿੰਦੀ ਹੈ। ਅਤੇ ਜਿਹੜੀ ਮੁਦਰਾ ਦੀ ਮੰਗ ਹੈ ਉਹ ਤਿੰਨ ਉਦੇਸ਼ਾਂ ਦੇ ਲਈ ਕੀਤੀ ਜਾਂਦੀ ਹੈ। ਇੱਕ ਟ੍ਰਾਂਜੈਕਸ਼ਨ ਮੋਟਿਵ, ਰੋਜ਼ਾਨਾ ਵੇਚ ਖਰੀਦ ਉਦੇਸ਼ ਦੇ ਲਈ। ਇੱਕ ਪ੍ਰੀਕਾਸ਼ਨ ਮੋਟਿਵ, ਸਾਵਧਾਨੀ ਉਦੇਸ਼ ਦੇ ਲਈ। ਇੱਕ ਸਪੈਕੂਲੇਟਿਵ, ਸੱਟਾ ਉਦੇਸ਼ ਦੇ ਲਈ ਮੁਦਰਾ ਦੀ ਮੰਗ ਕੀਤੀ ਜਾਂਦੀ ਹੈ। ਤਾਂ ਜਿਹੜੀ ਟ੍ਰਾਂਜੈਕਸ਼ਨ ਡਿਮਾਂਡ ਹੈ ਜਾਂ ਪ੍ਰੀਕਾਸ਼ਨ ਡਿਮਾਂਡ ਹੈ, ਮਤਲਬ ਜਿਹੜੀ ਸਾਵਧਾਨੀ ਉਦੇਸ਼ ਦੇ ਲਈ ਜਾਂ ਰੋਜ਼ਾਨਾ ਵੇਚ ਖਰੀਦ ਦੇ ਲਈ ਜਿਹੜੀ ਮੁਦਰਾ ਦੀ ਮੰਗ ਹੈ, ਉਹ ਨਿਰਭਰ ਕਰਦੀ ਹੈ ਆਮਦਨ ਦੇ ਉੱਤੇ। ਉਸ ਤੇ ਵਿਆਜ ਦਾ ਕੋਈ ਰੋਲ ਨਹੀਂ ਹੁੰਦਾ। ਆਮਦਨ ਵਧਣ ਦੇ ਨਾਲ ਇਹਨਾਂ ਉਦੇਸ਼ਾਂ ਦੇ ਲਈ ਮੰਗ ਕੀ ਹੈ, ਵੱਧਦੀ ਹੈ, ਮੁਦਰਾ ਦੀ ਮੰਗ ਵੱਧਦੀ ਹੈ। ਜੇ ਆਮਦਨ ਘਟ ਜਾਏ ਤਾਂ ਸਾਵਧਾਨੀ ਉਦੇਸ਼ ਦੇ ਲਈ ਅਤੇ ਰੋਜ਼ਾਨਾ ਖਰੀਦ ਦੇ ਲਈ ਮੁਦਰਾ ਦੀ ਮੰਗ ਕੀ ਹੈ, ਘਟਦੀ ਹੈ। ਲੇਕਿਨ ਜਿਹੜਾ ਮੁਦਰਾ ਦੀ ਮੰਗ ਅਸੀਂ ਸੱਟਾ ਉਦੇਸ਼ ਦੇ ਲਈ ਕਰਦੇ ਹਾਂ, ਸੱਟਾ ਉਦੇਸ਼ ਕੀ ਹੁੰਦਾ ਹੈ, ਲਾਭ ਪ੍ਰਾਪਤ ਕਰਨ ਦੇ ਉਦੇਸ਼ ਦੇ ਨਾਲ ਜਿਹੜੀ ਮੁਦਰਾ ਦੀ ਮੰਗ ਅਸੀਂ ਕਰਦੇ ਹਾਂ, ਉਸ ਨੂੰ ਅਸੀਂ ਮੋਟੇ ਤੌਰ ਤੇ ਸੰਖੇਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੁਦਰਾ ਦੀ ਮੰਗ ਸੱਟਾ ਉਦੇਸ਼ ਦੇ ਲਈ, ਡਿਮਾਂਡ ਫॉर ਮਨੀ ਫॉर ਸਪੈਕੂਲੇਟਿਵ ਮੋਟਿਵ। ਤਾਂ ਇਹ ਜਿਹੜੀ ਮੁਦਰਾ ਦੀ ਮੰਗ ਹੈ ਇਹ ਵਿਆਜ ਦੀ ਦਰ ਤੇ ਨਿਰਭਰ ਕਰਦੀ ਹੈ। ਉਹਨਾਂ ਦੇ ਮੁਤਾਬਕ ਜੇ ਵਿਆਜ ਦੀ ਦਰ ਘੱਟ ਹੋਏਗੀ ਤਾਂ ਸੱਟਾ ਉਦੇਸ਼ ਦੇ ਲਈ ਮੁਦਰਾ ਦੀ ਮੰਗ ਕੀ ਹੈ, ਜ਼ਿਆਦਾ ਹੋਏਗੀ। ਜੇ ਵਿਆਜ ਦੀ ਦਰ ਜ਼ਿਆਦਾ ਹੋਏਗੀ ਤਾਂ ਸੱਟਾ ਉਦੇਸ਼ ਦੇ ਲਈ ਮੁਦਰਾ ਦੀ ਮੰਗ ਕੀ ਹੈ, ਘੱਟ ਹੋਏਗੀ। ਤਾਂ ਇਹ ਤਿੰਨਾਂ ਉਦੇਸ਼ਾਂ ਦੇ ਲਈ, ਟ੍ਰਾਂਜੈਕਸ਼ਨ ਮੋਟਿਵ, ਪ੍ਰੀਕਾਸ਼ਨ ਮੋਟਿਵ ਅਤੇ ਸਪੈਕੂਲੇਟਿਵ ਮੋਟਿਵ, ਤਿੰਨਾਂ ਉਦੇਸ਼ਾਂ ਦੇ ਲਈ ਜੇ ਅਸੀਂ ਮੁਦਰਾ ਦੀ ਮੰਗ ਨੂੰ ਜੋੜ ਲਈਏ ਤਾਂ ਉਹ ਬਣ ਜਾਏਗੀ ਟੋਟਲ ਡਿਮਾਂਡ ਫॉर ਲਿਕੁਇਡਿਟੀ, ਤਰਲਤਾ ਦੀ ਕੁੱਲ ਮੰਗ। ਤਰਲਤਾ ਮੈਨੇ ਜਿਹੜੀ ਮੁਦਰਾ ਅਸੀਂ ਆਪਣੇ ਕੋਲ ਰੱਖਦੇ ਹਾਂ, ਕੈਸ਼ ਦੇ ਵਿੱਚ ਰੱਖਦੇ ਹਾਂ, ਨਕਦੀ ਰੂਪ ਵਿੱਚ ਆਪਣੇ ਕੋਲ ਰੱਖਣਾ ਪਸੰਦ ਕਰਦੇ ਹਾਂ। ਤਾਂ ਮੁਦਰਾ ਦੀ ਮੰਗ, ਮੁਦਰਾ ਦੀ ਪੂਰਤੀ ਉਹ ਕਹਿੰਦਾ ਵੀ ਸ਼ੋਰਟ ਰਨ ਦੇ ਵਿੱਚ ਇਹ ਕਾਂਸਟੈਂਟ ਰਹਿੰਦੀ ਹੈ, ਸਥਿਰ ਰਹਿੰਦੀ ਹੈ। ਇਹ ਪੈਰਲਲ ਟੂ ਲਾਈਨ ਜਿਹੜੀ ਹੈ ਵਾਈ ਐਕਸਿਸ ਦੇ ਬਰਾਬਰ ਹੁੰਦੀ ਹੈ। ਜਿੱਥੇ ਮੁਦਰਾ ਦੀ ਮੰਗ ਮੁਦਰਾ ਦੀ ਪੂਰਤੀ ਦੇ ਬਰਾਬਰ ਹੋਵੇ ਜਾਂ ਤਰਲਤਾ ਦੀ ਮੰਗ ਜਿੱਥੇ ਤਰਲਤਾ ਦੀ ਪੂਰਤੀ ਦੇ ਬਰਾਬਰ ਹੋਵੇ ਤਾਂ ਕੇਸ ਦੇ ਮੁਤਾਬਕ ਉੱਥੇ ਹੀ ਵਿਆਜ ਦੀ ਦਰ ਕੀ ਹੈ, ਨਿਸ਼ਚਿਤ। ਤਾਂ ਇਹ ਉਹਨਾਂ ਨੇ ਇੱਕ ਥਿਊਰੀ ਦਿੱਤੀ ਸੀ ਆਪਣੇ ਇੰਟਰਸਟ ਦੀ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਪ੍ਰੋਫਿਟ ਕੀ ਹੁੰਦਾ। ਪ੍ਰੋਫਿਟ ਹੁੰਦਾ ਹੈ ਜੇ ਅਸੀਂ ਕੁੱਲ ਆਮਦਨ ਦੇ ਵਿੱਚੋਂ ਕੁੱਲ ਲਾਗਤ ਨੂੰ ਮਾਈਨਸ ਕਰ ਦਈਏ। ਕੁੱਲ ਆਮਦਨ ਦੇ ਵਿੱਚੋਂ ਕੁੱਲ ਲਾਗਤ ਜੇ ਮਾਈਨਸ ਕਰ ਦਈਏ ਤਾਂ ਇਸ ਨੂੰ ਅਸੀਂ ਕੁੱਲ ਲਾਭ ਕਹਿੰਦੇ ਹਾਂ, ਗ੍ਰੋਸ ਪ੍ਰੋਫਿਟ ਕਹਿੰਦੇ ਹਾਂ। ਲੇਕਿਨ ਲਾਗਤ ਜਿਹੜੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਐਕਸਪਲਿਸਿਟ ਕਾਸਟ, ਇੱਕ ਹੁੰਦੀ ਹੈ ਇੰਪਲਿਸਿਟ ਕਾਸਟ। ਤਾਂ ਐਕਸਪਲਿਸਿਟ ਕਾਸਟ ਅਤੇ ਇੰਪਲਿਸਿਟ ਕਾਸਟ ਦੋਨਾਂ ਨੂੰ ਮਿਲਾ ਕੇ ਬਣ ਜਾਂਦੀ ਹੈ ਟੋਟਲ ਕਾਸਟ, ਜਿਹਨੂੰ ਅਸੀਂ ਕੁੱਲ ਲਾਗਤ ਕਹਿੰਦੇ ਹਾਂ। ਹੁਣ ਐਕਸਪਲਿਸਿਟ ਕਾਸਟ ਕੀ ਹੁੰਦੀ ਹੈ, ਇੰਪਲਿਸਿਟ ਕਾਸਟ ਕੀ ਹੁੰਦੀ ਹੈ, ਉਹ ਮੈਂ ਦੱਸ ਦਿੰਦਾ। ਐਕਸਪਲਿਸਿਟ ਕਾਸਟ ਹੁੰਦੀ ਹੈ ਕਿ ਉਤਪਾਦਨ ਕਰਨ ਦੇ ਲਈ ਬਾਹਰੀ ਸਾਧਨਾਂ ਨੂੰ ਜਿਹੜੀ ਅਸੀਂ ਕੀਮਤ ਦਿੰਦੇ ਹਾਂ, ਜਿਹੜਾ ਸਾਡਾ ਲਾਗਤ ਹੁੰਦੀ ਹੈ, ਜਿਹੜਾ ਸਾਡਾ ਖਰਚਾ ਹੁੰਦਾ ਹੈ, ਐਕਸਪੈਂਡੀਚਰ ਹੁੰਦਾ ਹੈ, ਉਸ ਨੂੰ ਅਸੀਂ ਬਾਹਰੀ ਲਾਗਤਾਂ ਕਹਿ ਦਿੰਦੇ ਹਾਂ, ਐਕਸਪਲਿਸਿਟ ਕਾਸਟ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕਿਸੇ ਚੀਜ਼ ਦਾ ਉਤਪਾਦਨ ਕਰਨ ਦੇ ਲਈ ਜਿਹੜਾ ਜ਼ਮੀਨ ਤੇ ਅਸੀਂ ਖਰਚਾ ਕੀਤਾ, ਜਿਹੜਾ ਅਸੀਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ, ਟਰਾਂਸਪੋਰਟੇਸ਼ਨ ਤੇ ਆਵਾਜਾਈ ਤੇ ਜਿਹੜਾ ਖਰਚ ਕੀਤਾ, ਜਿਹੜਾ ਪੂੰਜੀ ਤੇ ਜਿਹੜਾ ਅਸੀਂ ਵਿਆਜ ਦਿੱਤਾ, ਉਸ ਨੂੰ ਅਸੀਂ ਕਹਿੰਦੇ ਹਾਂ explicit cost, EXPLICIT, explicit cost। दूसरा है implicit cost, implicit IMPLICIT, implicit cost। implicit cost ਨੂੰ ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਾਲਕ ਹੈ, ਓਨਰ ਜਿਹੜਾ ਹੈ, ਜਿਹੜੀਆਂ ਲਾਗਤਾਂ ਆਪਣੇ ਆਪ ਨੂੰ ਅਦਾ ਕਰਦਾ ਹੈ, ਆਪਣੇ ਆਪ ਨੂੰ ਜਿਨ੍ਹਾਂ ਦਾ ਭੁਗਤਾਨ ਕਰਦਾ ਹੈ, ਉਹਨੂੰ ਅਸੀਂ implicit cost ਕਹਿ ਸਕਦੇ ਹਾਂ। मान लो जिस
ਮਾਲਕ ਨੇ ਆਪਣੀ ਭੂਮੀ ਤੇ ਉਤਪਾਦਨ ਕਰ ਰਿਹਾ ਹੈ, ਮਤਲਬ ਜਦੋਂ ਉਤਪਾਦਨ ਕਰ ਰਿਹਾ ਹੈ ਉਹਦੇ ਵਿੱਚ ਆਪਣੀ ਭੂਮੀ ਦਾ ਉਤਪਾਦਨ ਕਰ ਰਿਹਾ ਹੈ, ਉਹ ਆਪਣੀ ਭੂਮੀ ਨੂੰ ਯੂਜ਼ ਕਰ ਰਿਹਾ ਹੈ, ਆਪਣੇ ਆਪ ਨੂੰ ਉਹ ਲਗਾਨ ਦੇਗਾ। ਐਸਾ ਹੀ ਪੂੰਜੀ ਵੀ ਉਹ ਆਪਣੀ ਯੂਜ਼ ਕਰ ਰਿਹਾ ਹੈ, ਤਾਂ ਉਸ ਪੂੰਜੀ ਦਾ ਇੰਟਰਸਟ ਵੀ ਆਪਣੇ ਆਪ ਨੂੰ ਦੇਗਾ। ਆਪਣੇ ਆਪ ਹੀ ਉਹ ਮਜ਼ਦੂਰੀ ਵੀ ਕਰਦਾ, ਥੋੜੀ ਜਿਹੀ ਉਸ ਤੇ ਆਪ ਮਿਹਨਤ ਕਰਦਾ, ਤਾਂ ਆਪਣੇ ਆਪ ਨੂੰ ਮਜ਼ਦੂਰੀ ਵੀ ਦੇਗਾ। ਤਾਂ ਇਸ ਤਰ੍ਹਾਂ ਇਸ ਜਿਹੜੀ ਭੂਮੀ ਦਾ ਲਗਾਨ ਜਿਹੜਾ ਉਹਨੇ ਆਪਣੇ ਆਪ ਨੂੰ ਦੇਣਾ ਹੈ, ਮਾਲਕ ਨੇ ਵਿਆਜ ਜਿਹੜਾ ਉਸਨੇ ਆਪਣੇ ਆਪ ਨੂੰ ਦੇਣਾ ਆਪਣੀ ਪੂੰਜੀ ਦੇ ਉਪਯੋਗ ਕਰਨ ਦੇ ਬਦਲੇ, ਆਪਣੀ ਮਜ਼ਦੂਰੀ ਕਰਨ ਦੇ ਲਈ ਜਿਹੜੀ ਮਜ਼ਦੂਰੀ ਉਸਨੇ ਆਪਣੇ ਆਪ ਨੂੰ ਦੇਣੀ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਇੰਪਲੀਸਿਟ ਕਾਸਟ। ਤਾਂ ਐਕਸਪਲਿਸਿਟ ਅਤੇ ਇੰਪਲੀਸਿਟ ਕਾਸਟ ਦੋਨਾਂ ਨੂੰ ਮਿਲਾ ਕੇ ਅਸੀਂ ਟੋਟਲ ਕਾਸਟ ਕਹਿ ਦਿੰਦੇ ਹਾਂ। ਤਾਂ ਟੋਟਲ ਰੈਵਨਿਊ ਦੇ ਵਿੱਚੋਂ ਐਕਸਪਲਿਸਿਟ ਅਤੇ ਇੰਪਲੀਸਿਟ ਕਾਸਟ ਦੋਨੋਂ ਮਾਈਨਸ ਕਰਕੇ ਜਿਹੜਾ ਬਚਦਾ ਹੈ, ਜੋ ਕੁਝ ਬਚ ਜਾਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਗ੍ਰੋਸ ਪ੍ਰੋਫਿਟ ਜਾਂ ਕੁੱਲ ਲਾਭ। ਹੁਣ ਇਸ ਕੁੱਲ ਲਾਭ ਦੇ ਵਿੱਚੋਂ, ਗ੍ਰੋਸ ਪ੍ਰੋਫਿਟ ਦੇ ਵਿੱਚੋਂ ਜੇ ਅਸੀਂ ਇੰਪਲੀਸਿਟ ਕਾਸਟ ਮਾਈਨਸ ਕਰ ਦਈਏ ਤਾਂ ਅਸੀਂ ਕੀ ਕਹਿੰਦੇ ਹਾਂ ਉਸ ਨੂੰ, ਨੈਟ ਪ੍ਰੋਫਿਟ, ਅਸੀਂ ਉਸ ਨੂੰ ਕਹਿੰਦੇ ਹਾਂ ਸ਼ੁੱਧ ਲਾਭ। ਇਹਦੇ ਵਿੱਚ ਥੋੜੀ ਜਿਹੀ ਗੜਬੜ ਹੋ ਗਈ ਕਿ ਅਸੀਂ ਟੋਟਲ ਰੈਵਨਿਊ ਦੇ ਵਿੱਚੋਂ ਜੇ ਇਕੱਲੀ ਐਕਸਪਲਿਸਿਟ ਕਾਸਟ ਮਾਈਨਸ ਕਰ ਦਈਏ ਤਾਂ ਗ੍ਰੋਸ ਪ੍ਰੋਫਿਟ, ਜੇ ਅਸੀਂ ਐਕਸਪਲਿਸਿਟ ਅਤੇ ਇੰਪਲੀਸਿਟ ਕਾਸਟ ਮਾਈਨਸ ਕਰ ਦਈਏ ਤਾਂ ਕੀ ਹੋ ਗਿਆ, ਨੈਟ ਪ੍ਰੋਫਿਟ। ਤਾਂ ਇਹ ਜਿਹੜਾ ਪ੍ਰੋਫਿਟ ਹੈ, ਇਸ ਪ੍ਰੋਫਿਟ ਦੀਆਂ ਕਈ ਥਿਊਰੀਜ਼ ਨੇ, ਕਈ ਅਰਥਸ਼ਾਸਤਰੀਆਂ ਨੇ ਆਪਣੀਆਂ ਆਪਣੀਆਂ ਥਿਊਰੀਜ਼ ਦਿੱਤੀਆਂ ਨੇ, ਸਿਧਾਂਤ ਦਿੱਤੀਆਂ ਨੇ। ਤਾਂ ਇਹਨਾਂ ਥਿਊਰੀਜ਼ ਦੇ ਵਿੱਚੋਂ ਇੱਕ ਥਿਊਰੀ ਹੈ ਪ੍ਰੋਫਿਟਸ ਐਜ਼ ਰਿਵਾਰਡ ਫॉर ਇਨੋਵੇਸ਼ਨ। ਇਹ ਥਿਊਰੀ ਜੋਜ਼ਫ ਸ਼ੰਪੀਟਰ, ਇੱਕ ਸ਼ੰਪੀਟਰ SCHUMPETER, ਸ਼ੰਪੀਟਰ ਨੇ ਇੱਕ ਥਿਊਰੀ ਦਿੱਤੀ ਸੀ, ਇੱਕ ਸਿਧਾਂਤ ਦਿੱਤਾ ਸੀ। ਉਸ ਦੇ ਮੁਤਾਬਕ ਉਦਮੀ ਨੂੰ ਜਿਹੜਾ ਲਾਭ ਮਿਲਦਾ ਹੈ, ਉਹ ਲਾਭ ਇਸ ਕਰਕੇ ਮਿਲਦਾ ਹੈ ਕਿ ਉਹ ਨਵੀਆਂ ਨਵੀਆਂ ਖੋਜਾਂ ਕਰਦਾ ਹੈ, ਇਨੋਵੇਸ਼ਨਸ ਕਰਦਾ ਹੈ। ਤਾਂ ਉਹਨਾਂ ਦੇ ਮੁਤਾਬਕ ਜਿਹੜਾ ਉਦਮੀ ਜ਼ਿਆਦਾ ਇਨੋਵੇਸ਼ਨਸ ਕਰਦਾ ਹੈ, ਜ਼ਿਆਦਾ ਖੋਜਾਂ ਕਰਦਾ ਹੈ, ਉਸ ਨੂੰ ਲਾਭ ਜ਼ਿਆਦਾ ਮਿਲੇਗਾ। ਜਿਹੜੀ ਖੋਜਾਂ ਘੱਟ ਕਰਦਾ ਹੈ, ਉਸ ਨੂੰ ਲਾਭ ਕੀ ਹੈ, ਘੱਟ ਮਿਲਦਾ। ਤਾਂ ਉਸ ਦੇ ਨਾਲ ਉਹਨਾਂ ਦੇ ਮੁਤਾਬਕ 5 ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਆਉਂਦੀਆਂ ਨੇ, 5 ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ, ਜਿਸ ਦੇ ਕਾਰਨ ਅਰਥ ਵਿਵਸਥਾ ਵਿੱਚ ਆਰਥਿਕ ਵਿਕਾਸ ਹੁੰਦਾ। ਅਤੇ ਇਹ ਜਿਹੜੀਆਂ 5 ਚੇਂਜਸ ਨੇ, 5 ਤਬਦੀਲੀਆਂ ਨੇ, ਸਮਾਜ ਨੂੰ ਗਤੀਸ਼ੀਲ ਸਮਾਜ ਬਣਾ ਦਿੰਦਾ। ਇਹ ਚੇਂਜਸ ਕੀ ਹੋ ਸਕਦੀਆਂ ਨੇ, ਇਹ ਇਨੋਵੇਸ਼ਨਸ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ। ਕੋਈ ਨਵੀਂ ਪ੍ਰੋਡਕਟ, ਕੋਈ ਨਵੀਂ ਵਸਤੂ ਅਸੀਂ ਇੰਟਰੋਡਿਊਸ ਕਰਵਾ ਸਕਦੇ ਹਾਂ, ਸ਼ੁਰੂ ਕਰ ਸਕਦੇ ਹਾਂ। ਦੂਸਰਾ ਹੈ ਕਿ ਉਤਪਾਦਨ ਦੀ ਕੋਈ ਨਵੀਂ ਵਿਧੀ ਨੂੰ ਦੀ ਖੋਜ ਕੀਤੀ ਜਾ ਸਕਦੀ ਹੈ। ਉਤਪਾਦਨ ਨਵੀਂ ਵਿਧੀ ਦੇ ਨਾਲ ਉਤਪਾਦਨ ਦੀ ਜਿਹੜੀ ਲਾਗਤ ਹੈ ਉਹ ਘਟ ਸਕਦੀ ਹੈ, ਉਤਪਾਦਨ ਜ਼ਿਆਦਾ ਹੋ ਸਕਦਾ ਹੈ। ਜਾਂ ਅਸੀਂ ਕਿਸੇ ਕੱਚੇ ਮਾਲ ਦੀ ਡਿਸਕਵਰੀ ਕਰ ਸਕਦੇ ਹਾਂ, ਖੋਜ ਕਰ ਸਕਦੇ ਹਾਂ। ਉਹ ਕੱਚਾ ਮਾਲ ਪਹਿਲਾਂ ਤੋਂ ਯੂਜ਼ ਨਾ ਹੋ ਰਿਹਾ ਹੋਵੇ, ਉਸ ਦੀ ਅਸੀਂ ਖੋਜ ਕਰ ਰਹੇ ਹਾਂ। ਜਾਂ ਕੋਈ ਅਸੀਂ ਨਵੀਂ ਮਾਰਕੀਟ, ਨਵਾਂ ਬਾਜ਼ਾਰ ਜਿਹੜਾ ਹੈ ਉਸ ਦੀ ਅਸੀਂ ਖੋਜ ਕਰ ਲਈਏ, ਡਿਸਕਵਰੀ ਕਰ ਲਈਏ। ਜਾਂ ਇੰਟਰੋਡਕਸ਼ਨ ਆਫ ਨਿਊ ਫਾਰਮ ਆਫ ਆਰਗੇਨਾਈਜੇਸ਼ਨ, ਕਿਸੇ ਨਵੇਂ ਸੰਗਠਨ ਦਾ ਰੂਪ ਅਸੀਂ ਖੋਜ ਕਰ ਲਈਏ ਜਾਂ ਸ਼ੁਰੂ ਕਰ ਲਈਏ। ਮਤਲਬ ਜਾਂ ਤਾਂ ਅਸੀਂ ਨਵੀਂ ਪ੍ਰੋਡਕਸ਼ਨ, ਜਾਂ ਨਵਾਂ ਰਾ ਮਟੀਰੀਅਲ, ਜਾਂ ਨਵੀਂ ਮਾਰਕੀਟ, ਜਾਂ ਨਿਊ ਮੈਥਡ ਆਫ ਪ੍ਰੋਡਕਸ਼ਨ, ਜਾਂ ਨਿਊ ਫਾਰਮ ਆਫ ਆਰਗੇਨਾਈਜੇਸ਼ਨ। ਇਹਨਾਂ ਵਿੱਚੋਂ 1 2 3 4 5 ਕੋਈ ਵੀ ਹੋ ਸਕਦੀ ਹੈ। ਜਦੋਂ ਅਸੀਂ ਇਹ ਕਰਦੇ ਹਾਂ ਤਾਂ ਉਸ ਦੇ ਨਾਲ ਕੀ ਹੋਏਗਾ, ਉਦਮੀ ਨੂੰ ਲਾਭ ਕੀ ਹੈ, ਜ਼ਿਆਦਾ ਹੋਏਗਾ। ਅਤੇ ਜਦੋਂ ਲਾਭ ਜ਼ਿਆਦਾ ਹੋਏਗਾ ਸੋਸਾਇਟੀ ਵਿੱਚ, ਮਤਲਬ ਉਸ ਸ਼ੰਪੀਟਰ ਦੇ ਮੁਤਾਬਕ ਉਦਮੀ ਨੂੰ ਲਾਭ ਇਨੋਵੇਸ਼ਨ ਕਰਕੇ ਹੀ ਮਿਲਦਾ ਹੈ। ਅਤੇ ਜਦੋਂ ਉਦਮੀ ਇਨੋਵੇਸ਼ਨ ਕਰਦਾ ਹੈ, ਖੋਜ ਕਰਦਾ ਹੈ, ਤਾਂ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਆਰਥਿਕ ਵਿਕਾਸ ਹੁੰਦਾ ਹੈ ਅਤੇ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਗਤੀਸ਼ੀਲਤਾ ਪ੍ਰਾਪਤ ਹੁੰਦੀ ਹੈ। ਤਾਂ ਦੂਸਰੀ ਇੱਕ ਥਿਊਰੀ ਹੈ, ਉਹ ਹੈ ਅਨਸਰਟਨਟੀ ਐਂਡ ਪ੍ਰੋਫਿਟ, ਅਨਿਸ਼ਚਿਤਤਾ ਅਤੇ ਲਾਭ। ਇਹ ਅਨਿਸ਼ਚਿਤਤਾ ਅਤੇ ਲਾਭ ਜਿਹੜੀ ਥਿਊਰੀ ਹੈ, ਇਹ
FH ਨਾਈਟ, ਫਰੈਂਕ ਨਾਈਟ ਨੇ ਇਹ ਸਿਧਾਂਤ ਦਾ ਪ੍ਰਤੀਪਾਦਨ ਕੀਤਾ। FH ਨਾਈਟ ਨੇ, ਉਹਨਾਂ ਦੇ ਮੁਤਾਬਕ ਉਦਮੀ ਜਿਹੜਾ ਹੈ ਕਈ ਤਰ੍ਹਾਂ ਦੇ ਰਿਸਕ ਲੈਂਦਾ, ਕਈ ਤਰ੍ਹਾਂ ਦੇ ਜੋਖਮ ਲੈਂਦਾ, ਕਈ ਤਰ੍ਹਾਂ ਦੀ ਅਨਿਸ਼ਚਿਤਤਾ ਨੂੰ ਸਹਿਣ ਕਰਨਾ ਪੈਂਦਾ। ਉਹਨਾਂ ਦੇ ਮੁਤਾਬਕ ਜਿਹੜਾ ਰਿਸਕ ਹੈ ਦੋ ਤਰ੍ਹਾਂ ਦਾ ਹੁੰਦਾ। ਇੱਕ ਉਹ ਰਿਸਕ ਹੁੰਦਾ, ਉਹ ਜੋਖਮ ਹੁੰਦਾ ਜਿਸ ਦੇ ਬਦਲੇ ਬੀਮਾ ਕਰਵਾਇਆ ਜਾ ਸਕਦਾ, ਜਿਸ ਤਰ੍ਹਾਂ ਅੱਗ ਲੱਗ ਜਾਣੀ, ਭੁਚਾਲ ਆ ਜਾਣੀ, ਚੋਰੀ ਹੋ ਜਾਣੀ, ਥੈਫਟ, ਇਸ ਨੂੰ ਅਸੀਂ ਕਹਿੰਦੇ ਹਾਂ ਇੰਸ਼ੋਰੇਬਲ ਰਿਸਕ, ਜਿਨ੍ਹਾਂ ਦਾ ਬੀਮਾ ਹੋ ਸਕਦਾ। ਇੱਕ ਉਹ ਰਿਸਕ ਹੁੰਦਾ ਹੈ ਜਿਸ ਦੇ ਬਦਲੇ ਬੀਮਾ ਨਹੀਂ ਹੋ ਸਕਦਾ, ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਪ੍ਰਾਈਸਿਸ ਦਾ ਘਟਨਾ ਵਧਣਾ, ਕੰਪੀਟੀਸ਼ਨ ਦਾ ਘਟਨਾ ਵਧਣਾ, ਸਰਕਾਰ ਦੀ ਕੋਈ ਪਾਲਿਸੀ ਜਿਹੜੀ ਹੈ ਉਹ ਚੇਂਜ ਹੋ ਜਾਣੀ, ਡਿਮਾਂਡ ਕਿਸੇ ਵਸਤੂ ਦੀ ਜ਼ਿਆਦਾ ਹੋ ਜਾਣੀ ਜਾਂ ਘੱਟ ਹੋ ਜਾਣੀ, ਕਿਸੇ ਵਸਤੂ ਦੀ ਸਪਲਾਈ ਮਾਰਕੀਟ ਦੇ ਵਿੱਚ ਘੱਟ ਜਾਂ ਵੱਧ ਜਾਣੀ। ਤਾਂ ਇਹ ਇਸ ਤਰ੍ਹਾਂ ਦੀ ਅਨਿਸ਼ਚਿਤਤਾ ਹੈ, ਇਸ ਤਰ੍ਹਾਂ ਦਾ ਜੋਖਮ ਹੈ ਜਿਸ ਦੇ ਬਦਲੇ ਅਸੀਂ ਬੀਮਾ ਨਹੀਂ ਕਰਵਾ ਸਕਦੇ। ਤਾਂ ਜਿਹੜੇ ਉਦਮੀ ਇਸ ਅਨਸਰਟਨਟੀ ਨੂੰ ਜ਼ਿਆਦਾ ਬਰਦਾਸ਼ਤ ਕਰਦੇ ਹੈ, ਇਸ ਅਨਿਸ਼ਚਿਤਤਾ ਨੂੰ ਜ਼ਿਆਦਾ ਬਰਦਾਸ਼ਤ ਕਰਦੇ ਹੈ, ਕਿਹੜੀ ਅਨਿਸ਼ਚਿਤਤਾ? ਜਿਸ ਦੇ ਬਦਲੇ ਬੀਮਾ ਨਹੀਂ ਹੋ ਸਕਦਾ, ਤਾਂ ਉਹਨਾਂ ਨੂੰ ਲਾਭ ਕੀ ਹੈ? ਜ਼ਿਆਦਾ। ਜਿਹੜੇ ਅਨਿਸ਼ਚਿਤਤਾ ਘੱਟ ਬਰਦਾਸ਼ਤ ਕਰਦੇ ਹੈ, ਉਹਨਾਂ ਨੂੰ ਲਾਭ ਕੀ ਹੈ? ਘੱਟ। ਤਾਂ ਉਹਨਾਂ ਦੇ ਮੁਤਾਬਕ ਉਦਮੀ ਨੂੰ ਲਾਭ ਜਿਹੜਾ ਹੈ ਅਨਿਸ਼ਚਿਤਤਾ ਸਹਿਣ ਕਰਨ ਦੇ ਬਦਲੇ ਮਿਲਦਾ। ਤਾਂ ਅਨਿਸ਼ਚਿਤਤਾ ਕੌਣ ਉਦਮੀ ਜ਼ਿਆਦਾ ਲਏਗਾ? ਜਿਹੜਾ ਇਨਵੈਸਟਮੈਂਟ ਜ਼ਿਆਦਾ ਕਰੇਗਾ। ਜਿੰਨੀ ਇਨਵੈਸਟਮੈਂਟ ਉਹ ਜ਼ਿਆਦਾ ਕਰੇਗਾ, ਉਨੀ ਉਸਦੀ ਅਨਸਰਟਨਟੀ, ਉਹਨਾਂ ਉਹਦਾ ਜੋਖਮ ਕੀ ਹੈ? ਜ਼ਿਆਦਾ ਹੋਏਗਾ। ਉਨੀ ਉਹਦੀ ਅਨਸਰਟਨਟੀ, ਉਹਦਾ ਰਿਸਕ ਜਿਹੜਾ ਹੈ ਜ਼ਿਆਦਾ ਹੋਏਗਾ। ਰਿਸਕ ਮੀਨਸ ਉਹਦਾ ਜਿਹੜਾ ਪੈਸਾ ਡੁੱਬ ਵੀ ਸਕਦਾ ਹੈ, ਪੈਸਾ ਖਤਮ ਵੀ ਹੋ ਸਕਦਾ ਹੈ, ਉਸ ਨੂੰ ਲਾਭ ਵੀ ਜ਼ਿਆਦਾ ਮਿਲਦਾ। ਤਾਂ ਉਹਨਾਂ ਦੇ ਮੁਤਾਬਕ ਅਨਸਰਟਨਟੀ ਦੇ ਕਾਰਨ ਜਿਹੜਾ ਲਾਭ ਉਦਮੀ ਨੂੰ ਜ਼ਿਆਦਾ ਹੈ। ਇੱਕ ਥਿਊਰੀ ਜਿਹੜੀ ਹੈ ਪ੍ਰੋਫਿਟ ਐਂਡ ਮਾਰਕੀਟ ਸਟਰਕਚਰ ਦੀ ਗੱਲ ਕਰਦੇ ਹਾਂ। ਮਾਰਕੀਟ ਸਟਰਕਚਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿਛਲੇ ਯੂਨਿਟ ਦੇ ਵਿੱਚ ਪੜ੍ਹਿਆ ਹੈ ਕਿ ਪਰਫੈਕਟ ਕੰਪੀਟੀਸ਼ਨ ਹੈ, ਮੋਨੋਪੋਲੀ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ ਹੈ, ਓਲੀਗੋਪੋਲੀ ਹੈ। ਤਾਂ ਪਰਫੈਕਟ ਕੰਪੀਟੀਸ਼ਨ 'ਚ ਤਾਂ ਸਾਨੂੰ ਪਤਾ ਹੈ ਕਿ ਵਸਤੂ ਦੀ ਕੀਮਤ ਸੇਮ ਹੁੰਦੀ ਹੈ ਅਤੇ ਲੌਂਗ ਰਨ 'ਚ ਉਦਮੀ ਨੂੰ ਨਾਰਮਲ ਪ੍ਰੋਫਿਟ ਹੁੰਦਾ। ਤਾਂ ਲੇਕਿਨ ਮੋਨੋਪੋਲੀ ਦੇ ਵਿੱਚ ਜਿੰਨੀ ਮੋਨੋਪੋਲੀ ਪਾਵਰ ਲਰਨਰ ਦੇ ਮੁਤਾਬਕ, AP ਲਰਨਰ, LERNER, ਤਾਂ ਜਿੰਨੀ ਉਸਦੀ ਮੋਨੋਪੋਲੀ ਪਾਵਰ ਜ਼ਿਆਦਾ ਹੋਏਗੀ, ਉਨਾ ਹੀ ਲਾਭ ਉਸਨੂੰ ਕੀ ਹੈ? ਜ਼ਿਆਦਾ ਮਿਲੇਗਾ। ਅਤੇ ਮੋਨੋਪੋਲੀ ਪਾਵਰ ਕੀ ਹੁੰਦੀ ਹੈ? ਪ੍ਰਾਈਸ ਅਤੇ ਮਾਰਜਨ ਰੈਵਨਿਊ, ਕੀਮਤ ਅਤੇ ਸੀਮਾਂਤ ਆਮਦਨ ਦੇ ਵਿੱਚ ਅੰਤਰ। ਕੀਮਤ ਅਤੇ ਸੀਮਾਂਤ ਆਮਦਨ ਦੇ ਵਿੱਚ ਜਿੰਨਾ ਅੰਤਰ ਜ਼ਿਆਦਾ ਹੋਏਗਾ, ਉਨੀ ਹੀ ਏਕਾਧਿਕਾਰੀ ਸ਼ਕਤੀ ਉਹਦੀ ਜ਼ਿਆਦਾ ਹੋਏਗੀ। ਜਾਂ ਅਸੀਂ ਕਹਿ ਲਈਏ ਕੀਮਤ ਅਤੇ ਸੀਮਾਂਤ ਲਾਗਤ ਦੇ ਵਿੱਚ ਜਿੰਨਾ ਅੰਤਰ ਜ਼ਿਆਦਾ ਹੋਏਗਾ, ਮਤਲਬ ਜਿੰਨਾ ਗੈਪ ਜ਼ਿਆਦਾ ਹੋਏਗਾ, ਮਤਲਬ ਪ੍ਰਾਈਸ ਜਿਹੜੀ ਹੈ ਮਾਰਜਨ ਰੈਵਨਿਊ ਨਾਲੋਂ ਜਿੰਨੀ ਜ਼ਿਆਦਾ ਹੋਵੇ, ਜਾਂ ਪ੍ਰਾਈਸ ਜਿਹੜੀ ਹੈ ਮਾਰਜਨਲ ਕੋਸਟ ਨਾਲੋਂ, ਸੀਮਾਂਤ ਲਾਗਤ ਨਾਲੋਂ ਜਿੰਨੀ ਜ਼ਿਆਦਾ ਹੋਵੇ, ਉਦਮੀ ਦਾ ਮਾਰਕੀਟ ਤੇ ਕੰਟਰੋਲ, ਮਾਰਕੀਟ ਤੇ ਨਿਯੰਤਰਣ ਉਨਾ ਹੀ ਜ਼ਿਆਦਾ ਹੋਏਗਾ। ਜਿੰਨਾ ਉਹਦਾ ਮਾਰਕੀਟ ਤੇ ਨਿਯੰਤਰਣ ਜ਼ਿਆਦਾ ਹੋਏਗਾ, ਉਨਾ ਹੀ ਉਸਦੀ ਵਸਤੂ ਦੀ ਕੀਮਤ ਉਹ ਜ਼ਿਆਦਾ ਨਿਸ਼ਚਿਤ ਕਰੇਗਾ, ਉਨਾ ਹੀ ਲਾਭ ਕੀ ਹੈ ਉਸਨੂੰ ਜ਼ਿਆਦਾ। ਜਿਹੜੀ ਡਿਗਰੀ ਆਫ ਮੋਨੋਪੋਲੀ ਪਾਵਰ ਹੈ, ਉਹ ਅਸੀਂ ਮੇਜਰ ਕਰਦੇ ਹਾਂ ਕਿ ਜੇ ਪ੍ਰਾਈਸ ਅਤੇ ਮਾਰਜਨ ਕੋਸਟ ਦਾ ਜਿਹੜਾ ਡਿਫਰੈਂਸ ਹੈ, ਇਸ ਨੂੰ ਅਸੀਂ ਪ੍ਰਾਈਸ ਦੇ ਨਾਲ ਡਿਵਾਈਡ ਕਰ ਦਈਏ, ਮਤਲਬ ਰੇਸ਼ੀਓ ਬਿਟਵੀਨ the difference between price and marginal cost to the price minus marginal cost divided by price. This decides the degree of monopoly power. ठीक है, जिन्नी ये डिग्री ज़्यादा होएगी उन्नी ही उसका मार्केट ते नियंत्रण ज़्यादा होएगा। जिन्ना मार्केट ते नियंत्रण ज़्यादा होएगा, उन्नी वस्तु की कीमत ज़्यादा होएगी। जिन्नी वस्तु की कीमत ज़्यादा होएगी, उन्ना ही प्रॉफिट की है ज़्यादा। तो ये सीगा प्रॉफिट एंड मार्केट स्ट्रक्चर। ਹੁਣ ਅਸੀਂ ਇਹ ਜੋ ਅੱਜ ਕੀਤਾ ਹੈ, ਇਸ ਨੂੰ ਬਰੀਫ 'ਚ ਅਸੀਂ ਰਿਪੀਟ ਕਰ ਰਹੇ ਹਾਂ। ਅਸੀਂ ਅੱਜ ਡਿਸਕਸ ਕੀਤਾ ਹੈ ਕਿ ਉਤਪਾਦਨ ਦੇ 4 ਸਾਧਨ ਹੁੰਦੇ। ਕਹਿਣ ਦਾ ਮਤਲਬ 4 ਸਾਧਨਾਂ ਦੀ ਮਦਦ ਦੇ ਨਾਲ ਅਸੀਂ ਕਿਸੇ ਵੀ ਵਸਤੂ ਦਾ ਉਤਪਾਦਨ ਕਰਦੇ ਹਾਂ। ਜਿਸ ਤਰ੍ਹਾਂ ਵਸਤੂ ਦੀ ਮੰਗ ਜਿਹੜੀ ਹੈ
ਉਹ ਵਸਤੂ ਦੀ ਕੀਮਤ 'ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਹੀ ਵਸਤੂ ਦੀ ਪੂਰਤੀ ਵੀ ਵਸਤੂ ਦੀ ਕੀਮਤ 'ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਹੀ ਸਾਧਨਾਂ ਦੀ ਜਿਹੜੀ ਮੰਗ ਅਤੇ ਪੂਰਤੀ, ਇਹ ਵੀ ਸਾਧਨਾਂ ਦੀ ਕੀਮਤ 'ਤੇ ਨਿਰਭਰ ਕਰਦੀ ਹੈ। ਪਰੰਤੂ ਕੁਐਸਚਨ ਇਹ ਹੈ ਕਿ ਇਹਨਾਂ ਸਾਧਨਾਂ ਦੀ ਕੀਮਤ ਕਿਵੇਂ ਨਿਸ਼ਚਿਤ ਕੀਤੀ ਜਾਵੇ, ਇਹਨਾਂ ਸਾਧਨਾਂ ਦਾ ਮਤਲਬ ਕੀ ਹੈ। ਤਾਂ ਅਰਥ-ਸ਼ਾਸਤਰ ਦੇ ਵਿੱਚ ਅਸੀਂ 4 ਸਾਧਨ ਲੈਂਦੇ ਹਾਂ। ਤਾਂ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਤਾਂ ਲੈਂਡ, ਕੁਦਰਤ ਵੱਲੋਂ ਜਿਹੜੇ ਵੀ ਸਾਨੂੰ ਸਾਧਨ ਮਿਲੇ ਹੋਏ ਹੈ ਮੁਫਤ, ਜਿਹਦੇ ਵਿੱਚ ਅਸੀਂ ਗਰਾਊਂਡ ਕਹਿ ਸਕਦੇ ਹਾਂ, ਪਾਣੀ ਕਹਿ ਸਕਦੇ ਹਾਂ, ਕੱਚਾ ਮਾਲ ਕਹਿ ਸਕਦੇ ਹਾਂ, ਮਿਨਰਲਸ, ਮਾਈਨਸ, ਫੋਰੈਸਟ, ਇਹ ਸਾਰਾ ਭੂਮੀ ਦਾ ਹਿੱਸਾ ਹੈ। ਤਾਂ ਇਸ ਭੂਮੀ ਨੂੰ ਅਸੀਂ ਨਿਸ਼ਚਿਤ ਸਮੇਂ ਦੇ ਲਈ ਜਦੋਂ ਪ੍ਰਯੋਗ ਕਰਦੇ ਹਾਂ, ਤਾਂ ਨਿਸ਼ਚਿਤ ਸਮੇਂ ਦੇ ਲਈ ਪ੍ਰਯੋਗ ਕਰਨ ਦੇ ਬਦਲੇ ਭੂਮੀ ਦੇ ਮਾਲਕ ਨੂੰ ਜੋ ਇਜਾਜ਼ਤ ਦਿੱਤਾ ਜਾਂਦਾ ਹੈ, ਜੋ ਪ੍ਰਾਈਸ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਲਗਾਨ ਜਾਂ ਕਿਰਾਇਆ ਕਹਿੰਦੇ ਹਾਂ। ਇਸ ਤਰ੍ਹਾਂ ਹੀ ਲੇਬਰ, ਅਰਥਸ਼ਾਸਤਰ ਦੇ ਵਿੱਚ ਲੇਬਰ ਦਾ ਮਤਲਬ, ਮਜ਼ਦੂਰ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਸਰੀਰਕ ਜਾਂ ਮਾਨਸਿਕ ਜਾਂ ਦੋਨੋਂ ਕੰਮ ਕਰੇ ਅਤੇ ਉਸ ਕੰਮ ਕਰਨ ਦੇ ਉਸ ਨੂੰ ਜਿਹੜਾ ਅਸੀਂ ਕਹਿੰਦੇ ਹਾਂ ਮਜ਼ਦੂਰ, ਅਤੇ ਉਸ ਕੰਮ ਕਰਨ ਦੇ ਬਦਲੇ ਜੋ ਵੀ ਅਸੀਂ ਇਜਾਜ਼ਤ ਦਿੰਦੇ ਹਾਂ, ਜੋ ਵੀ ਕੀਮਤ ਦਿੰਦੇ ਹਾਂ, ਉਸ ਨੂੰ ਅਸੀਂ ਕਹਿੰਦੇ ਹਾਂ ਮਜ਼ਦੂਰੀ। ਤੀਸਰਾ ਫੈਕਟਰ ਜਿਹੜਾ ਅਸੀਂ ਕੀਤਾ ਸੀ ਡਿਸਕਸ, ਪੂੰਜੀ। ਤਾਂ ਕਿਸੇ ਵੀ ਮਨੁੱਖ ਦੁਆਰਾ ਬਣਾਈ ਗਈ ਕੋਈ ਵੀ ਵਸਤੂ ਜਿਹੜੀ ਕਿ ਉਤਪਾਦਨ ਕਰਨ ਦੇ ਵਿੱਚ ਜਾਂ ਆਮਦਨ ਪੈਦਾ ਕਰਨ ਦੇ ਵਿੱਚ ਮਦਦ ਕਰਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪੂੰਜੀ। ਤਾਂ ਪੂੰਜੀ ਜਿਸ ਤਰ੍ਹਾਂ ਬਿਲਡਿੰਗਸ ਹੈ, ਮਸ਼ੀਨਸ ਹੈ, ਇਹਨਾਂ ਨੂੰ ਅਸੀਂ ਪੂੰਜੀ ਕਹਿੰਦੇ ਹਾਂ। ਤਾਂ ਇਸ ਪੂੰਜੀ ਦਾ ਨਿਸ਼ਚਿਤ ਸਮੇਂ ਦੇ ਲਈ ਪ੍ਰਯੋਗ ਕਰਨ ਦੇ ਬਦਲੇ ਜੋ ਕੀਮਤ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਇੰਟਰਸਟ ਕਹਿੰਦੇ ਹਾਂ, ਉਸ ਨੂੰ ਅਸੀਂ ਵਿਆਜ ਕਹਿੰਦੇ ਹਾਂ। ਤਾਂ ਇਹਨਾਂ ਤਿੰਨਾਂ ਦਾ ਜਿਹੜਾ ਮਾਲਕ ਹੈ ਉਹ ਹੈ ਉਦਮੀ, ਜਿਹੜਾ ਕਿ ਇਹਨਾਂ ਤਿੰਨਾਂ ਸਾਧਨਾਂ ਨੂੰ ਇਕੱਠਾ ਕਰਦਾ ਹੈ, ਇਕੱਠਾ ਕਰਕੇ ਰਿਸਕ ਲੈਂਦਾ ਹੈ, ਜੋਖਮ ਲੈਂਦਾ ਹੈ ਅਤੇ ਇਹਨਾਂ ਤੋਂ ਕੰਮ ਲੈਂਦਾ ਹੈ ਅਤੇ ਕੰਮ ਲੈ ਕੇ ਵਸਤੂਆਂ ਦਾ ਉਤਪਾਦਨ ਕਰਦਾ ਹੈ, ਜਿਸ ਨੂੰ ਅਸੀਂ ਫੈਕਟਰ ਆਫ ਮਾਸਟਰ ਆਫ ਫੈਕਟਰ ਆਫ ਪ੍ਰੋਡਕਸ਼ਨ ਕਹਿੰਦੇ ਹਾਂ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਉਦਮੀ। ਠੀਕ ਹੈ ਜੀ। ਤਾਂ ਇਹਨਾਂ ਵਿੱਚੋਂ ਸਭ ਤੋਂ ਮੋਬਾਈਲ ਜਿਹੜਾ ਹੈ, ਗਤੀਸ਼ੀਲ ਸਾਧਨ ਹੈ, ਉਹ ਹੈ ਕੈਪੀਟਲ, ਪੂੰਜੀ। ਅਤੇ ਸਭ ਤੋਂ ਇਮੋਬਾਈਲ ਫੈਕਟਰ, ਗਤੀਹੀਨ ਜਿਹੜਾ ਫੈਕਟਰ ਹੈ, ਉਹ ਹੈ ਭੂਮੀ, ਜਿਸ ਨੂੰ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਲੈ ਕੇ ਜਾ ਸਕਦੇ। ਤਾਂ ਅਸੀਂ ਕਨਸੈਪਟ ਆਫ ਡਿਮਾਂਡ ਐਂਡ ਸਪਲਾਈ ਆਫ ਫੈਕਟਰ ਦੀ ਗੱਲ ਕੀਤੀ ਸੀ ਕਿ ਇਹਨਾਂ ਸਾਧਨਾਂ ਦੀ ਮੰਗ ਜਿਹੜੀ ਹੈ ਡਿਰਾਈਵ ਡਿਮਾਂਡ ਹੁੰਦੀ ਹੈ। ਇਹ ਸਾਧਨ ਜਿਹੜੇ ਨੇ ਇੱਕ ਦੂਜੇ ਤੇ ਨਿਰਭਰ ਕਰਦੇ ਨੇ। ਇੰਡੀਪੈਂਡੈਂਟਲੀ, ਸੁਤੰਤਰਤਾ ਪੂਰਵਕ ਕੋਈ ਵੀ ਸਾਧਨ ਆਪਣੇ ਆਪ 'ਚ ਕੰਮ ਨਹੀਂ ਕਰ ਸਕਦਾ। ਨਾ ਹੀ ਭੂਮੀ ਉਤਪਾਦਨ ਕਰ ਸਕਦੀ ਹੈ, ਨਾ ਹੀ ਮਜ਼ਦੂਰ ਕੰਮ ਕਰ ਸਕਦਾ ਹੈ ਆਪਣੇ ਆਪ, ਨਾ ਹੀ ਪੂੰਜੀ ਕਰ ਸਕਦੀ ਹੈ। ਇਕੱਲਾ ਉਦਮੀ ਵੀ ਕੁਝ ਨਹੀਂ ਕਰ ਸਕਦਾ। ਇਹ ਸਾਰੇ ਉਤਪਾਦਨ ਦੇ ਸਾਧਨ ਇੱਕ ਦੂਜੇ ਤੇ ਨਿਰਭਰ ਕਰਦੇ ਨੇ ਅਤੇ ਨਿਰਭਰ ਕਰਕੇ ਹੀ, ਰਲ ਮਿਲ ਕੇ ਹੀ ਇਹ ਉਤਪਾਦਨ ਕਰਦੇ ਨੇ। ਤਾਂ ਫਿਰ ਅਸੀਂ ਇਹ 3 ਕਨਸੈਪਟਸ ਕੀਤੇ ਸੀ। ਮਾਰਜਨਲ ਫਿਜ਼ੀਕਲ ਪ੍ਰੋਡਕਟ, ਸੀਮਾਂਤ ਭੌਤਿਕ ਉਤਪਾਦਕਤਾ। ਇਹ ਕੀ ਹੈ? ਉਤਪਾਦਨ ਦੇ ਇੱਕ ਸਾਧਨ ਦੀ ਇਕਾਈ ਵਿੱਚ ਤਬਦੀਲੀ ਕਰਨ ਨਾਲ ਕੁੱਲ ਉਤਪਾਦਨ ਵਿੱਚ ਜਿਹੜਾ ਪਰਿਵਰਤਨ ਹੁੰਦਾ ਹੈ, ਉਸ ਨੂੰ ਅਸੀਂ ਸੀਮਾਂਤ ਭੌਤਿਕ ਉਤਪਾਦਨ ਕਹਿੰਦੇ ਹਾਂ। ਫਿਰ ਜੇ ਇਸ ਸੀਮਾਂਤ ਭੌਤਿਕ ਉਤਪਾਦਨ ਨੂੰ, ਜਿਸ ਵਸਤੂ ਦਾ ਉਤਪਾਦਨ ਕੀਤਾ ਉਸ ਦੀ ਕੀਮਤ ਦੇ ਨਾਲ ਗੁਣਾ ਕਰ ਦਈਏ, ਮਲਟੀਪਲਾਈ ਕਰ ਦਈਏ, ਤਾਂ ਸੀਮਾਂਤ ਉਤਪਾਦਨ ਦਾ ਮੁੱਲ ਬਣ ਜਾਂਦਾ। ਅਤੇ ਜੇ ਇਸ ਮਾਰਜਨਲ ਫਿਜ਼ੀਕਲ ਪ੍ਰੋਡਕਟ ਨੂੰ ਸੀਮਾਂਤ ਆਮਦਨ ਦੇ ਨਾਲ ਗੁਣਾ ਕਰੀਏ ਤਾਂ ਇਹ ਬਣ ਜਾਂਦਾ ਹੈ ਮਾਰਜਨਲ ਰੈਵਨਿਊ ਪ੍ਰੋਡਕਟ। ਇਸ ਨੂੰ ਅਸੀਂ ਡਿਸਕਸ ਕੀਤਾ ਸੀਗਾ ਇੱਕ ਟੇਬਲ ਦੇ ਨਾਲ। ਇਸ ਟੇਬਲ ਤੋਂ ਸਾਨੂੰ ਪਤਾ ਲੱਗਦਾ ਕਿ ਵੈਲਿਊ ਆਫ ਮਾਰਜਨਲ ਪ੍ਰੋਡਕਟ ਅਤੇ ਮਾਰਜਨਲ ਰੈਵਨਿਊ ਪ੍ਰੋਡਕਟ ਪਰਫੈਕਟ ਕੰਪੀਟੀਸ਼ਨ 'ਚ, ਪੂਰਨ ਪ੍ਰਤੀਯੋਗਤਾ 'ਚ ਇੱਕ ਦੂਜੇ ਦੇ ਬਰਾਬਰ। ਕਿਉਂ ਬਰਾਬਰ ਨੇ? ਕਿਉਂਕਿ ਪਰਫੈਕਟ ਕੰਪੀਟੀਸ਼ਨ 'ਚ ਜਿਹੜੀ ਪ੍ਰਾਈਸ ਹੈ ਉਹ ਮਾਰਜਨਲ ਰੈਵਨਿਊ ਦੇ ਬਰਾਬਰ ਹੁੰਦੀ ਹੈ। ਪ੍ਰਾਈਸ ਕਿਹਦੇ ਬਰਾਬਰ ਹੁੰਦੀ ਹੈ? ਐਵਰੇਜ ਰੈਵਨਿਊ ਦੇ, ਉਸ ਆਮਦਨ ਦੇ, ਅਤੇ ਉਸ ਆਮਦਨ ਸੀਮਾਂਤ ਆਮਦਨ ਦੇ ਬਰਾਬਰ ਹੁੰਦੀ ਹੈ। ਤਾਂ ਜਿਉਂ-ਜਿਉਂ ਅਸੀਂ ਵਰਕਰਸ ਦੀ ਇਕਾਈਆਂ ਲਗਾਤਾਰ ਵਧਾਈ ਜਾ ਰਹੇ ਹਾਂ ਤਾਂ ਸੀਮਾਂਤ ਭੌਤਿਕ ਉਤਪਾਦਨ ਲਗਾਤਾਰ ਘਟ ਰਿਹਾ ਹੈ। ਸੀਮਾਂਤ ਭੌਤਿਕ ਉਤਪਾਦਨ ਘਟਣ ਦੇ ਨਾਲ
ਕੀ ਹੈ ਤਾਂ ਸਾਡੀ ਜਿਹੜੀ ਵੈਲਿਊ ਆਫ ਮਾਰਜਨ ਪ੍ਰੋਡਕਟ ਉਹ ਵੀ ਘਟ ਰਹੀ ਹੈ ਅਤੇ ਮਾਰਜਨ ਰੈਵਨਿਊ ਪ੍ਰੋਡਕਟ ਵੀ ਕੀ ਹੈ ਘਟ ਰਹੀ ਹੈ। ਅਤੇ ਪਰਫੈਕਟ ਕੰਪੀਟੀਸ਼ਨ 'ਚ ਵਸਤੂ ਦੀ ਕੀਮਤ ਵੀ ਸੇਮ ਰਹਿੰਦੀ ਹੈ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਇਸ ਕਰਕੇ ਅਸੀਂ ਜਿਹੜੀ ਪ੍ਰਾਈਸ ਆਫ ਬ੍ਰੈਡ ਹੈ ਉਸ ਨੂੰ ਅਸੀਂ ਕੌਨਸਟੈਂਟ ਮੰਨ ਕੇ ਚੱਲਦੇ ਹਾਂ। ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜੀ ਮਾਰਜਨ ਰੈਵਨਿਊ ਪ੍ਰੋਡਕਟ ਹੈ ਇਸ ਨੂੰ ਸਾਧਨਾਂ ਦੀ ਮੰਗ ਵਕਰ ਕਹਿੰਦੇ ਹਾਂ। ਅਤੇ ਜਿਹੜੀ ਇਹਨਾਂ ਦੀ ਸਪਲਾਈ ਹੈ, ਸਪਲਾਈ ਜਿਹੜੀ ਵੱਖ-ਵੱਖ ਸਾਧਨਾਂ ਦੀ ਅਲੱਗ-ਅਲੱਗ ਹੁੰਦੀ ਹੈ। ਜਿਸ ਤਰ੍ਹਾਂ ਲੈਂਡ ਦੀ ਸਪਲਾਈ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਤੇ ਫਰੋਮ ਦਾ ਯੂਨੀਵਰਸ ਪੁਆਇੰਟ ਆਫ ਵਿਊ ਇਹ ਕੌਨਸਟੈਂਟ ਰਹਿੰਦੀ ਹੈ, ਇਹ ਪੈਰਲਲ ਟੂ ਵਾਈ ਐਕਸਿਸ ਹੈ। ਇਸ ਦੀ ਸਪਲਾਈ ਅਸੀਂ ਘੱਟ ਵੱਧ ਨਹੀਂ ਕਰ ਸਕਦੇ। ਅਤੇ ਮੈਂ ਦੱਸਿਆ ਸੀਗਾ ਕਿ ਸਪਲਾਈ ਆਫ ਲੈਂਡ ਜਿਹੜੀ ਹੈ ਇਮੋਬਾਈਲ, ਮੋਸਟ ਇਮੋਬਾਈਲ, ਗਤੀਹੀਨ। ਅਤੇ ਕੈਪੀਟਲ ਦੀ ਸਪਲਾਈ ਜਿਹੜੀ ਹੈ ਉਹ ਇੰਟਰਸਟ ਤੇ ਡਿਪੈਂਡ ਕਰਦੀ ਹੈ। ਇੰਟਰਸਟ ਵਧਣ ਦੇ ਨਾਲ, ਵਿਆਜ ਦੀ ਦਰ ਵਧਣ ਦੇ ਨਾਲ ਪੂੰਜੀ ਦੀ ਪੂਰਤੀ ਵੱਧਦੀ ਹੈ ਅਤੇ ਇੰਟਰਸਟ ਘਟਣ ਦੇ ਨਾਲ ਪੂੰਜੀ ਦੀ ਪੂਰਤੀ ਕੀ ਹੈ ਘਟ। ਇਸੇ ਤਰ੍ਹਾਂ ਮਜ਼ਦੂਰਾਂ ਦੀ ਜਿਹੜੀ ਪੂਰਤੀ ਹੈ ਸ਼ੋਰਟ ਰਨ 'ਚ ਇਹ ਵੀ ਡਿਪੈਂਡ ਕਰਦੀ ਹੈ ਮਜ਼ਦੂਰੀ ਦੀ ਦਰ ਤੇ। ਰੀਅਲ ਵੇਜਿਸ ਅਸੀਂ ਕਹਿੰਦੇ ਹਾਂ, ਰੀਅਲ ਵੇਜਿਸ ਕੀ ਹੁੰਦੇ ਹੈ, ਮਨੀ ਵੇਜਿਸ ਡਿਵਾਈਡਡ ਬਾय ਪ੍ਰਾਈਸ, W/P। ਤਾਂ ਜੇ ਵੇਜਿਸ ਵੱਧਦੇ ਹੈ ਤਾਂ ਸਪਲਾਈ ਵੱਧਦੀ ਹੈ, ਜੇ ਵੇਜਿਸ ਘਟਦੇ ਹੈ ਸਪਲਾਈ ਕੀ ਹੈ ਘਟਦੀ ਹੈ। ਇਹ ਅਪਵਰਡ ਸਲੋਪਿੰਗ ਸਪਲਾਈ ਕਰਵ ਹੈ। ਲੇਕਿਨ ਲੌਂਗ ਰਨ ਦੇ ਵਿੱਚ ਸਪਲਾਈ ਕਰਵ ਜਿਹੜੀ ਹੈ ਮਜ਼ਦੂਰਾਂ ਦੀ ਉਹ ਬੈਕਵਰਡ ਸਲੋਪਿੰਗ ਹੈ, ਬੈਕਵਰਡ ਬੈਂਡਿੰਗ ਹੈ, ਨੋਟ ਸਲੋਪਿੰਗ, ਬੈਕਵਰਡ ਬੈਂਡਿੰਗ। ਇੱਕ ਲਿਮਿਟ ਤੋਂ ਬਾਅਦ ਜਦੋਂ ਇਹ ਬੈਂਡ ਕਰਦੀ ਪਿੱਛੇ ਵੱਲ ਨੂੰ ਮੁੜਦੀ ਹੈ ਉਸ ਤੋਂ ਬਾਅਦ ਇਹਦਾ ਇਹ ਸ਼ੋ ਹੁੰਦਾ ਹੈ ਕਿ ਜੇ ਵੇਜਿਸ ਇੱਕ ਲਿਮਿਟ ਤੋਂ ਜ਼ਿਆਦਾ ਹੁੰਦੇ ਹੈ, ਵੱਧਦੇ ਹੈ, ਤਾਂ ਮਜ਼ਦੂਰ ਜਿਹੜੇ ਨੇ ਉਹ ਆਪਣਾ ਆਰਾਮ ਜ਼ਿਆਦਾ ਪਸੰਦ ਕਰਦੇ ਹੈ, ਰੈਸਟ ਕਰਨਾ ਜ਼ਿਆਦਾ ਪਸੰਦ ਕਰਦੇ ਹੈ, ਨਾ ਕਿ ਉਹ ਜ਼ਿਆਦਾ ਹੋਰ ਕੰਮ ਕਰਨਾ। ਤਾਂ ਹੁਣ ਜਿੱਥੇ ਸਪਲਾਈ ਆਫ ਲੈਂਡ, ਡਿਮਾਂਡ ਫॉर ਲੈਂਡ ਦੇ ਬਰਾਬਰ ਹੁੰਦੀ ਹੈ ਉੱਥੇ ਹੀ ਰੈਂਟ ਜਿਹੜਾ ਹੈ ਨਿਸ਼ਚਿਤ ਹੁੰਦਾ ਹੈ। ਇਹ ਇਕੁਇਲੀਬ੍ਰੀਅਮ ਇਨ ਦਾ ਲੈਂਡ ਮਾਰਕੀਟ ਹੈ। ਸਪਲਾਈ ਆਫ ਲੈਂਡ ਜਿਹੜੀ ਹੈ ਉਹ ਫਿਕਸਡ ਹੈ। ਡਿਮਾਂਡ ਜਿਹੜੀ ਹੈ ਡਿਪੈਂਡ ਕਰਦੀ ਹੈ ਕਿ ਜਿਸ ਜ਼ਮੀਨ ਤੇ ਜੋ ਵੀ ਅਸੀਂ ਪੈਦਾ ਕਰ ਰਹੇ ਹਾਂ ਉਸ ਦੀ ਮੰਗ ਕਿੰਨੀ ਹੈ, ਉਸ ਦੇ ਮੁਤਾਬਕ ਉਸ ਦੀ ਮੰਗ ਕੀ ਹੈ ਘਟੇਗੀ ਵਧੇਗੀ। ਮੰਗ ਜ਼ਿਆਦਾ ਹੋਣ ਤੇ ਰੈਂਟ ਜ਼ਿਆਦਾ ਹੋਏਗਾ, ਮੰਗ ਘੱਟ ਹੋਣ ਤੇ ਰੈਂਟ ਕੀ ਹੈ ਘੱਟ ਹੋਏਗਾ। ਤਾਂ ਇਸੇ ਤਰੀਕੇ ਦੇ ਨਾਲ ਲੇਬਰ ਮਾਰਕੀਟ, ਡਿਮਾਂਡ ਜਿਹੜੀ ਹੈ ਉਹ ਮਾਰਜਨ ਰੈਵਨਿਊ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਡਿਮਾਂਡ ਨੂੰ ਸ਼ੋ ਕਰਦੀ ਹੈ ਕਿ ਜਿੰਨੀ ਮਜ਼ਦੂਰਾਂ ਦੀ ਸੀਮਾਂਤ ਉਤਪਾਦਿਕਤਾ ਜ਼ਿਆਦਾ ਹੋਏਗੀ ਉਨੀ ਮਜ਼ਦੂਰਾਂ ਦੀ ਮੰਗ ਜ਼ਿਆਦਾ ਹੋਏਗੀ। ਜੇ ਸੀਮਾਂਤ ਉਤਪਾਦਿਕਤਾ ਘੱਟ ਹੈ ਤਾਂ ਉਹਨਾਂ ਦੀ ਮੰਗ ਵੀ ਘੱਟ ਹੈ। ਤੇ ਸਪਲਾਈ ਆਪਾਂ ਹੁਣੇ ਡਿਸਕਸ ਕੀਤਾ ਹੈ, ਵੇਜਿਸ ਤੇ ਡਿਪੈਂਡ ਕਰਦਾ। ਵੇਜ ਜ਼ਿਆਦਾ ਹੋਣ ਦੇ ਨਾਲ ਸਪਲਾਈ ਉਹ ਜ਼ਿਆਦਾ ਕਰਨਗੇ, ਵੇਜ ਘੱਟ ਹੋਣ ਨਾਲ ਸਪਲਾਈ ਕੀ ਹੈ ਘੱਟ। ਤੇ ਜਿੱਥੇ ਇੱਕ ਦੂਜੇ ਦੇ ਬਰਾਬਰ ਹੁੰਦੇ ਹੈ ਉੱਥੇ ਵੇਜਿਸ ਕੀ ਹੈ ਡਿਟਰਮਿਨ ਹੁੰਦੇ। ਇਹ ਹੈ ਲੋਨੇਬਲ ਫੰਡਸ ਥਿਊਰੀ, ਉਧਾਰ ਦੇਣੇ ਰਾਸ਼ੀ ਦੀ ਮੰਗ, ਉਧਾਰ ਦੇਣੇ ਰਾਸ਼ੀ ਦੀ ਪੂਰਤੀ। ਤਾਂ ਉਧਾਰ ਦੇਣੇ ਰਾਸ਼ੀ ਦੀ ਜਿਹੜੀ ਮੰਗ ਹੈ ਉਹਦੇ ਵਿੱਚ ਵੀ ਤਿੰਨ ਕੰਪੋਨੈਂਟਸ, ਤਿੰਨ ਅੰਗ ਜਿਹੜੇ, ਤਿੰਨ ਅੰਸ਼ ਸ਼ਾਮਿਲ ਹੁੰਦੇ ਆ। ਜਿਹੜੀ ਸਪਲਾਈ ਆਫ ਲੋਨੇਬਲ ਫੰਡਸ, ਉਧਾਰ ਦੇਣੇ ਰਾਸ਼ੀ ਦੀ ਪੂਰਤੀ ਹੈ, ਉਸ ਵਿੱਚ ਵੀ ਤਿੰਨ ਅੰਸ਼ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਆ, ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਇਸ ਨੂੰ ਨਿਓ ਕਲਾਸਿਕਲ ਇਕੋਨੋਮਿਸਟ, ਨਵ ਪ੍ਰਾਚੀਨ ਅਰਥਸ਼ਾਸਤਰੀਆਂ ਨੇ ਇਸ ਸਿਧਾਂਤ ਨੂੰ ਦਿੱਤਾ ਸੀ। ਤਾਂ ਜਿੱਥੇ ਉਧਾਰ ਦੇਣੇ ਰਾਸ਼ੀ ਦੀ ਮੰਗ ਉਧਾਰ ਦੇਣੇ ਰਾਸ਼ੀ ਦੀ ਪੂਰਤੀ ਦੇ ਬਰਾਬਰ ਹੁੰਦੀ ਹੈ ਉੱਥੇ ਹੀ ਵਿਆਜ ਦੀ ਦਰ ਨਿਸ਼ਚਿਤ ਹੁੰਦੀ ਹੈ। ਇੱਕ ਥਿਊਰੀ ਜਿਹੜੀ ਹੈ ਅਸੀਂ ਡਿਸਕਸ ਕੀਤੀ ਸੀ ਬਰੀਫ 'ਚ, ਉਹ ਸੀ ਲਿਕੁਇਡਿਟੀ ਪ੍ਰੈਫਰੈਂਸ ਥਿਊਰੀ ਆਫ ਰੇਟ ਆਫ ਇੰਟਰਸਟ, ਕਿ ਤਰਲਤਾ ਤਰਜੀਹ ਵਿਆਜ ਦਾ ਸਿਧਾਂਤ, ਜਿਸ ਨੂੰ ਕੇਨਸ ਨੇ ਐਸਟੈਬਲਿਸ਼ ਕੀਤਾ ਸੀਗਾ। ਤਾਂ ਕੇਨਸ ਦੇ ਮੁਤਾਬਕ ਜਿੱਥੇ ਉਧਾਰ ਦੇਣੇ, ਜਿੱਥੇ ਡਿਮਾਂਡ ਫॉर ਲਿਕੁਇਡਿਟੀ, ਸਪਲਾਈ ਆਫ ਲਿਕੁਇਡਿਟੀ ਦੇ ਬਰਾਬਰ ਹੋਏਗੀ ਉੱਥੇ ਹੀ ਵਿਆਜ ਦੀ ਦਰ ਨਿਸ਼ਚਿਤ ਹੋਏਗੀ। ਤਾਂ ਉਹਨਾਂ ਦੇ ਮੁਤਾਬਕ ਸ਼ੋਰਟ ਰਨ ਦੇ ਵਿੱਚ ਸਪਲਾਈ ਆਫ ਲੋਨੇਬਲ ਫੰਡ ਜਿਹੜੀ ਹੈ ਉਹ ਕੌਨਸਟੈਂਟ ਹੁੰਦੀ ਹੈ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ, ਉਹ ਪੈਰਲਲ ਟੂ ਵਾਈ ਐਕਸਿਸ ਹੋਏਗੀ। ਅਤੇ ਡਿਮਾਂਡ ਫॉर ਲੋਨੇਬਲ ਫੰਡਸ ਹੈ, ਸੋਰੀ ਟੋਟਲ ਡਿਮਾਂਡ ਫॉर ਲਿਕੁਇਡਿਟੀ ਹੈ, ਉਹ ਡਾਊਨਵਰਡ ਸਲੋਪਿੰਗ ਹੋਏਗੀ, ਖੱਬੇ ਤੋਂ ਸੱਜੇ ਨੂੰ ਨੀਚੇ ਵੱਲ ਨੂੰ ਝੁਕੀ ਹੋਏਗੀ। ਤਾਂ ਜਿੱਥੇ ਇਹ ਮੰਗ ਅਤੇ ਪੂਰਤੀ, ਡਿਮਾਂਡ ਫॉर ਲਿਕੁਇਡਿਟੀ, ਸਪਲਾਈ ਆਫ ਲਿਕੁਇਡਿਟੀ,
ਦੇ ਬਰਾਬਰ ਹੋਏਗੀ, ਉੱਥੇ ਹੀ ਵਿਆਜ ਦੀ ਦਰ ਕੀ ਹੈ ਨਿਸ਼ਚਿਤ ਹੋਏਗੀ। ਫਿਰ ਲਾਸਟ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕੁਝ ਪ੍ਰੋਫਿਟ ਦੀਆਂ ਥਿਊਰੀਜ਼। ਇਹਨਾਂ ਪ੍ਰੋਫਿਟ ਮੈਂ ਦੱਸਿਆ ਸੀਗਾ ਕਿ ਗ੍ਰੋਸ ਪ੍ਰੋਫਿਟ ਅਤੇ ਨੈਟ ਪ੍ਰੋਫਿਟ ਦੀ ਗੱਲ ਕੀਤੀ ਸੀ ਕਿ ਟੋਟਲ ਰੈਵਨਿਊ ਚੋਂ ਜੇ ਐਕਸਪਲਿਸਿਟ ਕੋਸਟ ਮਾਈਨਸ ਕਰ ਦਿੰਦੇ ਹਾਂ ਤਾਂ ਗ੍ਰੋਸ ਪ੍ਰੋਫਿਟ, ਅਤੇ ਇਸ ਗ੍ਰੋਸ ਪ੍ਰੋਫਿਟ ਚੋਂ ਜੇ ਅਸੀਂ ਇੰਪਲੀਸਿਟ ਕੋਸਟ ਮਾਈਨਸ ਕਰ ਦਈਏ ਤਾਂ ਬਣ ਜਾਂਦਾ ਹੈ ਨੈਟ ਪ੍ਰੋਫਿਟ। ਤਾਂ ਇਹ ਡਿਫਰੈਂਸ ਵੀ ਹੋ ਗਿਆ ਕਿ ਗ੍ਰੋਸ ਪ੍ਰੋਫਿਟ ਅਤੇ ਨੈਟ ਪ੍ਰੋਫਿਟ ਕੀ ਹੁੰਦਾ। ਤਾਂ ਫਿਰ ਇਸ ਦੀਆਂ ਡਿਫਰੈਂਟ ਥਿਊਰੀਜ਼ ਨੇ ਪ੍ਰੋਫਿਟ ਦੀਆਂ। ਤਾਂ ਪ੍ਰੋਫਿਟਸ ਐਜ਼ ਰਿਵਾਰਡਸ ਫॉर ਇਨੋਵੇਸ਼ਨ, ਇਹ ਸ਼ੰਪੀਟਰ ਨੇ ਦਿੱਤਾ ਸੀਗਾ ਸਿਧਾਂਤ, ਅਤੇ ਸ਼ੰਪੀਟਰ ਦੇ ਮੁਤਾਬਕ 5 ਤਰ੍ਹਾਂ ਦੀਆਂ ਜਿਹੜੀਆਂ ਇਨੋਵੇਸ਼ਨਸ ਜਾਂ 5 ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਇੱਕ ਐਂਟਰਪ੍ਰੇਨਿਓਰ ਕਰ ਸਕਦਾ ਜਾਂ ਸੋਸਾਇਟੀ ਦੇ ਵਿੱਚ ਚੇਂਜਸ ਹੋ ਸਕਦੀਆਂ। ਜਾਂ ਤਾਂ ਅਸੀਂ ਨਵੀਂ ਪ੍ਰੋਡਕਟ ਮਾਰਕੀਟ 'ਚ ਲੈ ਕੇ ਆ, ਅਸੀਂ ਮੀਨਸ ਐਂਟਰਪ੍ਰੇਨਿਓਰ, ਜਾਂ ਨਵਾਂ ਰਾ ਮਟੀਰੀਅਲ ਹੋ ਸਕਦਾ, ਜਾਂ ਨਵੀਂ ਕੋਈ ਵਿਧੀ ਹੋ ਸਕਦੀ ਹੈ ਉਤਪਾਦਨ ਦੀ, ਕੋਈ ਨਵੀਂ ਵਿਧੀ ਹੋ ਸਕਦੀ ਹੈ, ਕੋਈ ਨਵੀਂ ਮਾਰਕੀਟ ਨੂੰ ਡਿਸਕਵਰ ਕੀਤਾ ਜਾ ਸਕਦਾ, ਜਾਂ ਨਵੀਂ ਫਾਰਮਸ ਆਫ ਆਰਗੇਨਾਈਜੇਸ਼ਨ, ਸੰਗਠਨ ਦਾ ਕੋਈ ਨਵਾਂ ਰੂਪ ਜਿਹੜਾ ਹੈ ਉਹ ਸ਼ਾਮਿਲ ਹੋ ਸਕਦਾ ਹੈ, ਇੰਟਰੋਡਿਊਸ ਹੋ ਸਕਦਾ। ਇਹਨਾਂ ਵਿੱਚੋਂ ਕਿਸੇ ਇੱਕ ਦੇ ਵਿੱਚ ਜਾਂ ਇੱਕ ਤੋਂ ਵੱਧ ਕੋਈ ਵੀ ਜਦੋਂ ਅਸੀਂ ਚੇਂਜਸ ਕਰਦੇ ਹਾਂ, ਕੋਈ ਡਿਸਕਵਰੀ ਕਰਦੇ ਹਾਂ, ਕੋਈ ਇਨੋਵੇਸ਼ਨ ਕਰਦੇ ਹਾਂ, ਤਾਂ ਉਸ ਦੇ ਨਾਲ ਉਦਮੀ ਨੂੰ ਪ੍ਰੋਫਿਟ ਜਿਹੜਾ ਹੈ ਜ਼ਿਆਦਾ ਹੋਵੇਗਾ। ਤਾਂ ਉਹ ਜਿਹੜਾ ਰਿਵਾਰਡ ਹੈ ਉਹ ਰਿਵਾਰਡ ਹੋਏਗਾ ਉਸ ਦੀ ਇਨੋਵੇਸ਼ਨ ਦੇ ਕਾਰਨ। ਜਿਹੜਾ ਉਦਮੀ ਇਸ ਡਾਇਨਾਮਿਕ ਸੋਸਾਇਟੀ ਦੇ ਵਿੱਚ ਲਗਾਤਾਰ ਚੇਂਜਸ ਕਰਦਾ ਰਹੇਗਾ, ਨਵੀਆਂ ਇਨੋਵੇਸ਼ਨਸ ਕਰਦਾ ਰਹੇਗਾ, ਕੋਈ ਨਾ ਕੋਈ ਨਵੀਂ ਪ੍ਰੋਡਕਟ ਲੈ ਕੇ ਆਉਂਦਾ ਰਹੇਗਾ, ਨਵੀਂ ਮੈਥਡਸ ਆਫ ਪ੍ਰੋਡਕਸ਼ਨ ਲੈ ਕੇ ਆਉਂਦਾ ਰਹੇਗਾ, ਕੋਈ ਨਵੀਂ ਮਾਰਕੀਟ ਨੂੰ ਐਕਸਪਲੋਰ ਕਰੇਗਾ, ਤਾਂ ਉਸ ਨੂੰ ਰਿਵਾਰਡ ਕੀ ਹੈ, ਪ੍ਰੋਫਿਟ ਕੀ ਹੈ, ਜ਼ਿਆਦਾ ਹੈ। ਇਸੇ ਤਰੀਕੇ ਦੇ ਨਾਲ ਅਨਸਰਟਨਟੀ ਐਂਡ ਪ੍ਰੋਫਿਟ ਦੀ ਅਸੀਂ ਗੱਲ ਕੀਤੀ ਹੈ। ਅਨਸਰਟਨਟੀ ਥਿਊਰੀ ਜਿਹੜੀ ਹੈ FH ਨਾਈਟ, ਫਰੈਂਕ ਨਾਈਟ ਨੇ ਡਿਸਕਸ ਕੀਤੀ ਸੀ। ਉਹਨਾਂ ਦੇ ਮੁਤਾਬਕ ਜਿਹੜੇ ਰਿਸਕ ਹੈ ਉਹ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਉਹ ਰਿਸਕ ਹੁੰਦਾ ਹੈ ਜਿਸ ਦੇ ਬਾਰੇ ਅਸੀਂ ਇੰਸ਼ੋਰੈਂਸ ਕਰ ਸਕਦੇ ਹਾਂ, ਉਸ ਇੰਸ਼ੋਰੈਂਸ ਦੇ ਬਾਰੇ ਅਸੀਂ ਥੋੜ੍ਹਾ ਜਿਹਾ ਪ੍ਰੀਮੀਅਮ ਦਿੰਦੇ, ਹਰ ਸਾਲ ਕਿਸ਼ਤ ਦੇ ਦਿੰਦੇ, ਤਾਂ ਸਾਡਾ ਜੋਖਿਮ ਜਿਹੜਾ ਹੈ, ਰਿਸਕ ਜਿਹੜਾ ਕਵਰ ਹੋ ਜਾਂਦਾ। ਜਿਸ ਤਰ੍ਹਾਂ ਫਾਇਰ ਹੈ, ਥੈਫਟ ਹੈ, ਅਰਥਕੁਏਕ ਹੈ, ਫਲੱਡ ਹੈ। ਤਾਂ ਲੇਕਿਨ ਕੁਝ ਇਸ ਤਰ੍ਹਾਂ ਦੀਆਂ ਅਨਸਰਟਨਟੀਜ਼ ਜਾਂ ਰਿਸਕ ਹੁੰਦੇ ਹੈ ਜਿਨ੍ਹਾਂ ਦਾ ਬੀਮਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਅਸੀਂ ਹੁਣੇ ਕੰਪਿਊਟਰ ਦੀ ਥਿਊਰੀ 'ਚ ਕੀਤਾ, ਕੋਈ ਨਵੀਂ ਪ੍ਰੋਡਕਟ ਮਾਰਕੀਟ 'ਚ ਆ ਗਈ, ਕੋਈ ਨਵਾਂ ਕੰਪੀਟੀਟਰ ਮਾਰਕੀਟ 'ਚ ਆ ਗਿਆ, ਮਾਰਕੀਟ ਦੀ ਜਿਹੜੀ ਨੇਚਰ ਹੈ ਉਸ 'ਚ ਚੇਂਜਸ ਆ ਗਏ, ਜਾਂ ਮਾਰਕੀਟ ਦੇ ਵਿੱਚ ਕੋਈ ਡਾਇਨਾਮਿਜ਼ਮ ਆ ਗਿਆ, ਜਾਂ ਕੰਪੀਟੀਸ਼ਨ ਦੀ ਜਿਹੜੀ ਨੇਚਰ ਹੈ ਉਸ 'ਚ ਚੇਂਜ ਆ ਗਿਆ, ਜਾਂ ਅਸੀਂ ਕਹਿ ਸਕਦੇ ਹਾਂ ਗੌਰਮੈਂਟ ਦੀ ਕੋਈ ਪਾਲਿਸੀ ਚੇਂਜ ਆ ਗਈ। ਤਾਂ ਜਦੋਂ ਇਸ ਤਰ੍ਹਾਂ ਦੀ ਚੇਂਜਸ ਆਉਂਦੀਆਂ ਨੇ ਤਾਂ ਅਨਸਰਟਨਟੀ ਜਿਹੜੀ ਹੈ, ਅਨਿਸ਼ਚਿਤਤਾ ਜ਼ਿਆਦਾ ਹੋ ਜਾਂਦੀ ਹੈ। ਜਦੋਂ ਅਨਿਸ਼ਚਿਤਤਾ ਜ਼ਿਆਦਾ ਹੁੰਦੀ ਹੈ ਤਾਂ ਜਿਹੜੇ ਵੀ ਉਦਮੀ ਇਸ ਅਨਿਸ਼ਚਿਤਤਾ ਨੂੰ ਜ਼ਿਆਦਾ ਬਰਦਾਸ਼ਤ ਕਰਦੇ ਹਨ, ਉਦਮੀ ਨੂੰ ਉਨਾ ਹੀ ਲਾਭ ਕੀ ਹੈ, ਜ਼ਿਆਦਾ ਮਿਲਦਾ ਹੈ, ਇਸ ਥਿਊਰੀ ਦੇ ਮੁਤਾਬਕ। ਫਿਰ ਲਾਸਟ ਦੇ ਵਿੱਚ ਅਸੀਂ ਥਿਊਰੀ ਡਿਸਕਸ ਕੀਤੀ ਸੀ ਪ੍ਰੋਫਿਟ ਐਂਡ ਮਾਰਕੀਟ ਸਟਰਕਚਰ। ਤਾਂ ਪ੍ਰੋਫਿਟ ਐਂਡ ਮਾਰਕੀਟ ਸਟਰਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਸ ਕੰਪੀਟੀਟਰ ਦੀ ਮੋਨੋਪੋਲੀ ਪਾਵਰ ਜ਼ਿਆਦਾ ਹੋਏਗੀ, ਡਿਗਰੀ ਆਫ ਮੋਨੋਪੋਲੀ ਪਾਵਰ ਜ਼ਿਆਦਾ ਹੋਏਗੀ, ਉਨਾ ਹੀ ਪ੍ਰੋਫਿਟ ਜ਼ਿਆਦਾ ਹੋਏਗਾ, ਕਿਉਂਕਿ ਉਸਦਾ ਮਾਰਕੀਟ ਦਾ ਉਨਾ ਹੀ ਕੰਟਰੋਲ ਜ਼ਿਆਦਾ ਹੋਏਗਾ। ਤਾਂ ਮੋਨੋਪੋਲੀ ਪਾਵਰ ਕੀ ਹੁੰਦਾ ਹੈ, ਪ੍ਰਾਈਸ ਮਾਈਨਸ ਮਾਰਜਨ ਰੈਵਨਿਊ, ਜਾਂ ਪ੍ਰਾਈਸ ਮਾਈਨਸ ਮਾਰਜਨ ਕੋਸਟ। ਜਿੰਨਾ ਇਹਨਾਂ ਵਿੱਚ ਡਿਫਰੈਂਸ ਜ਼ਿਆਦਾ ਹੋਏਗਾ ਤਾਂ ਡਿਗਰੀ ਆਫ ਮੋਨੋਪੋਲੀ ਪਾਵਰ ਕੀ ਹੈ, ਪ੍ਰਾਈਸ ਮਾਈਨਸ ਮਾਰਜਨ ਕੋਸਟ ਡਿਵਾਈਡਡ ਬਾਈ ਪ੍ਰਾਈਸ। ਜੇ ਪ੍ਰਾਈਸ ਅਤੇ ਮਾਰਜਨ ਕੋਸਟ ਦਾ ਡਿਫਰੈਂਸ ਲੈ ਕੇ ਅਸੀਂ ਪ੍ਰਾਈਸ ਨਾਲ ਡਿਵਾਈਡ ਕਰ ਦਈਏ, ਦੈਟ ਇਜ਼ ਦਾ ਡਿਗਰੀ ਆਫ ਮੋਨੋਪੋਲੀ ਪਾਵਰ। ਤਾਂ ਜਿੰਨੀ ਡਿਗਰੀ ਆਫ ਮੋਨੋਪੋਲੀ ਪਾਵਰ ਜ਼ਿਆਦਾ ਹੋਏਗੀ, ਡਿਗਰੀ ਜ਼ਿਆਦਾ ਹੋਏਗੀ ਮੋਨੋਪੋਲੀ ਦੀ, ਉਨੀ ਹੀ ਮਾਰਕੀਟ 'ਤੇ ਕੰਟਰੋਲ ਜ਼ਿਆਦਾ ਹੋਏਗਾ, ਉਨਾ ਹੀ ਐਂਟਰਪ੍ਰੇਨਿਓਰ ਨੂੰ ਪ੍ਰੋਫਿਟ ਕੀ ਹੈ, ਜ਼ਿਆਦਾ। ਤਾਂ ਇਹ ਸੀਗੀਆਂ ਥਿਊਰੀਜ਼ ਆਫ ਪ੍ਰੋਫਿਟ। ਅੱਜ ਦਾ ਟੌਪਿਕ ਖਤਮ। ਥੈਂਕ ਯੂ।